ਬਹੁਤ ਬਹੁਤ ਸਵਾਗਤ ਹੈ। ਇਹ ਹੈ ਦ ਨਵਜੋਤ ਢਿੱਲੋਂਵਾਲ ਲੈ ਕੇ ਹਾਜ਼ਰ ਹੋਈ ਹਾਂ ਕੁਝ ਖਿਆਲ ਕੁਝ ਸਵਾਲ। ਅੱਜ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਖਾਸ ਗੱਲਬਾਤ ਹੋਣੀ ਹੈ ਤੇ ਗੱਲਬਾਤ ਇੱਕ ਐਸੇ ਵਿਅਕਤੀ ਦੇ ਨਾਲ ਹੋਏਗੀ ਜਿਹਦੇ ਨਾਲ ਗੱਲਬਾਤ ਕਰਦਿਆਂ ਜਾਂ ਜਿਹਦੇ ਕਰਮ ਦੇਖਦਿਆਂ ਮੈਂ ਮਹਿਸੂਸ ਕਰਦੀ ਹਾਂ ਕਿ ਉਹ ਇੱਕ ਵਿਅਕਤੀ ਨਹੀਂ ਹੈ, ਅਸਲ ਦੇ ਵਿੱਚ ਇੱਕ ਸੰਸਥਾ ਹੈ। ਮੈਂ ਗੱਲ ਕਰ ਰਹੀ ਹਾਂ ਡਾਕਟਰ ਸਾਹਿਬ ਸਿੰਘ ਹੁਣਾਂ ਦੀ, ਜਿਹੜੇ ਖੁਦ ਇੱਕ ਲੇਖਕ ਨੇ, ਨਾਟਕਕਾਰ ਨੇ, ਐਕਟਰ ਨੇ, ਨਿਰਦੇਸ਼ਕ ਨੇ। ਪਿਛਲੇ ਸਾਲ ਜਦੋਂ ਉਹ ਕੈਨੇਡਾ ਦੇ ਦੌਰੇ 'ਤੇ ਆਏ ਸੀ ਤਾਂ ਉਹਨਾਂ ਦੇ 2 ਨਾਟਕ ਦੇਖਣ ਦਾ ਮੌਕਾ ਮਿਲਿਆ, ਸੰਮਾਂ ਵਾਲੀ ਡਾਂਗ ਅਤੇ ਧਨ ਲਿਖਾਰੀ ਨਾਨਕਾ। ਉਸ ਤੋਂ ਬਾਅਦ ਜਦੋਂ ਉਹਨਾਂ ਦੀ ਇੰਡੀਆ ਦੀ ਵਾਪਸੀ ਦੀ ਤਿਆਰੀ ਸੀ ਤਾਂ ਇਸੇ ਸਟੂਡੀਓ ਦੇ ਵਿੱਚ ਬੈਠ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਦੱਸਿਆ, ਕਹਿੰਦੇ ਕਿ ਮੈਂ ਅਗਲਾ ਨਾਟਕ ਕਰਨ ਦੇ ਲਈ ਬਿਲਕੁਲ ਤਿਆਰ ਹਾਂ। ਤਕਰੀਬਨ 1 ਹਫ਼ਤੇ ਤੋਂ ਘੱਟ ਸਮੇਂ ਦੇ ਵਿੱਚ ਉਹਨਾਂ ਨੇ ਇੰਡੀਆ ਜਾ ਕੇ ਜਲੰਧਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਆਪਣਾ ਨਵਾਂ ਨਾਟਕ ਖੇਡਿਆ, ਲੱਛੂ ਕਬਾੜੀਆ। ਅਤੇ ਇਸ ਸਾਲ ਲੱਛੂ ਕਬਾੜੀਆ ਇੱਥੇ ਲੈ ਕੇ ਆਏ ਅਤੇ ਲੱਛੂ ਕਬਾੜੀਆ ਦੇਖਣ ਦਾ ਵੀ ਸਬੱਬ ਬਣਿਆ। ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਇਸ ਪਲੇ ਨੂੰ ਕੀਤਾ ਅਤੇ ਵੱਖ-ਵੱਖ ਤਰ੍ਹਾਂ ਦੇ ਤਜਰਬੇ ਕੀਤੇ। ਅੱਜ ਇਸ ਪ੍ਰੋਗਰਾਮ ਦੇ ਵਿੱਚ ਕੁਝ ਕੁ ਮਿੰਟਾਂ ਦੇ ਵਿੱਚ ਅਸੀਂ ਸਮੇਟਣ ਦੀ ਕੋਸ਼ਿਸ਼ ਕਰਾਂਗੇ ਕਿ ਡਾਕਟਰ ਸਾਹਿਬ ਸਿੰਘ ਦਾ ਇਹ ਕੈਨੇਡਾ ਦਾ ਦੌਰਾ, ਕੈਨੇਡਾ ਦੀ ਫੇਰੀ ਕਿਹੋ ਜਿਹੀ ਰਹੀ, ਉਹਨਾਂ ਨੇ ਕਿਹੋ ਜਿਹੇ ਤਜਰਬੇ ਕੀਤੇ, ਕੀ ਕੁਝ ਦੇ ਕੇ ਚੱਲੇ ਨੇ ਅਤੇ ਕੀ ਕੁਝ ਲੈ ਕੇ ਚੱਲੇ ਨੇ। ਡਾਕਟਰ ਸਾਹਿਬ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਨਵਜੋਤ। ਇਸੇ ਸਟੂਡੀਓ ਦੇ ਵਿੱਚ ਬੈਠੇ ਤੁਸੀਂ ਪਹਿਲੀ ਵਾਰੀ ਗੱਲ ਕਰਕੇ ਗਏ ਸੀ ਕਿ ਲੱਛੂ ਕਬਾੜੀਆ ਨਾਟਕ ਮੈਂ ਜਾ ਕੇ ਖੇਡਣ ਵਾਲਾ ਹਾਂ, ਅਤੇ ਲੱਛੂ ਕਬਾੜੀਆ ਤੁਸੀਂ ਵਾਪਸ ਇੱਥੇ ਲੈ ਕੇ ਆਏ। ਹੁਣ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਲੱਛੂ ਕਬਾੜੀਆ ਦੇਖਣ ਦਾ ਬਹੁਤ ਸਾਰੇ ਲੋਕਾਂ ਨੇ ਮੌਕਾ ਹਾਸਿਲ ਕੀਤਾ। ਮੈਂ ਸਭ ਤੋਂ ਪਹਿਲਾਂ ਤੁਹਾਨੂੰ ਵੀ ਪੁੱਛਣਾ ਚਾਹੁੰਦੀ ਹਾਂ ਕਿ ਭਾਰਤ ਦੇ ਵਿੱਚ ਲੱਛੂ ਕਬਾੜੀਆ ਖੇਡਣਾ ਅਤੇ ਇੱਥੇ ਲੱਛੂ ਕਬਾੜੀਆ ਦਾ ਮੰਚਨ ਹੋਣਾ, ਕਿਸ ਤਰ੍ਹਾਂ ਦਾ ਫ਼ਰਕ ਤੁਸੀਂ ਦੇਖਦੇ ਹੋ? ਕਿਹੋ ਜਿਹਾ ਰਿਸਪੌਂਸ, ਅਤੇ ਜਦੋਂ ਤੁਸੀਂ ਉਸ ਆਡੀਅנਸ ਨੂੰ ਦੇਖ ਰਹੇ ਹੋ, ਇਹ ਸਭ ਕੁਝ ਜਦੋਂ ਵਿਸ਼ਲੇਸ਼ਣ ਜ਼ਰੂਰ ਤੁਸੀਂ ਕੀਤਾ ਹੋਵੇਗਾ ਕਿਉਂਕਿ ਇੱਕ ਨਹੀਂ ਕਈ ਸ਼ੋਜ਼ ਹੋਏ ਆ ਤੁਹਾਡੇ। ਬਿਲਕੁਲ। ਮੈਂ ਜਦੋਂ ਲੱਛੂ ਕਬਾੜੀਆ ਦਾ ਮੰਚਨ ਕੈਨੇਡਾ ਦੇ ਵਿੱਚ ਕਰਨ ਦਾ ਫੈਸਲਾ ਲਿਆ ਸੀ, ਮੇਰੇ ਅੱਗੇ ਵੱਡਾ ਸਵਾਲ ਸੀ ਕਿ ਕੀ ਉਨੀ ਹੀ ਸਾਰਥਕਤਾ ਇਹਦੀ ਕੈਨੇਡਾ ਵਿੱਚ ਹੈਗੀ ਹੈ ਜਾਂ ਨਹੀਂ ਹੈਗੀ ਹੈ। ਲੇਕਿਨ ਜਦੋਂ ਮੈਂ ਧਨ ਲਿਖਾਰੀ ਨਾਨਕਾ ਕਰਨ ਆਇਆ ਸੀ ਜਾਂ ਇੱਕ ਸ਼ੋਅ ਸੰਮਾਂ ਵਾਲੀ ਡਾਂਗ ਦਾ ਵੀ ਕੀਤਾ ਸੀ, ਉਦੋਂ ਮੈਂ ਜਿਸ ਸਮਾਜ ਨੂੰ ਪੜ੍ਹ ਰਿਹਾ ਸੀ, ਜਿਹਦੇ ਵਿੱਚ ਮੈਂ ਵਿਚਰ ਰਿਹਾ ਸੀ, ਅਤੇ ਮੈਨੂੰ ਇੱਦਾਂ ਲੱਗਾ ਸੀ ਕਿ ਆਪਣੇ ਪੰਜਾਬੀ ਖਾਸ ਤੌਰ 'ਤੇ, ਕਿਉਂਕਿ ਮੇਰਾ ਪੰਜਾਬੀਆਂ ਨਾਲ ਵਾਹ ਵਾਸਤਾ ਜ਼ਿਆਦਾ, ਜਦੋਂ ਸਰੀਰਕ ਤੌਰ 'ਤੇ ਪੰਜਾਬ ਤੋਂ ਚੱਲ ਕੇ ਆਉਂਦੇ ਨੇ ਅਤੇ ਸਰੀਰ ਤਾਂ ਇੱਥੇ ਆਉਣਾ ਹੀ ਸੀਗਾ, ਪਰ ਉੱਥੇ ਜੋ ਵੀ ਕੁਝ ਉਹਨਾਂ ਦੀ ਮਾਨਸਿਕ ਗੁੰਝਲਾਂ ਸੀ, ਜੋ ਉਲਝਣਾ ਸੀ, ਜਿਸ ਤਰ੍ਹਾਂ ਦੇ ਰੀਤੀ ਰਿਵਾਜ, ਰਸਮ ਜਾਂ ਬੇਲੋੜੀਆਂ ਚੀਜ਼ਾਂ ਦਾ ਬੋਝ ਜਿਹੜਾ ਉੱਥੇ ਚੁੱਕਿਆ ਹੋਇਆ, ਉਹਨੂੰ ਸੁੱਟ ਕੇ ਨਹੀਂ ਆਉਂਦੇ ਆਪਣੇ ਲੋਕੀ, ਰਾਦਰ ਉਹਨੂੰ ਬਹੁਤ ਸੰਭਾਲ ਕੇ ਕਿਸੇ ਬੈਗ ਦੇ ਵਿੱਚ ਪਾ ਕੇ ਮੋਢੇ ਚੱਕ ਕੇ ਨਾਲ ਲੈ ਕੇ ਆਉਂਦੇ ਨੇ। ਔਰ ਇੱਥੇ ਜਦੋਂ ਮੈਂ ਇੱਥੇ ਦੀ ਜ਼ਿੰਦਗੀ ਨੂੰ ਮੈਂ ਦੇਖ ਰਿਹਾ ਸੀ, ਹੁਣ ਵੀ ਮੈਂ ਦੇਖ ਰਿਹਾ, ਤਾਂ ਉੱਥੇ ਅਸੀਂ ਉਹਨਾਂ ਚੀਜ਼ਾਂ ਨੂੰ ਸੁੱਟਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਉਸ ਪ੍ਰੋਸੈਸ ਵਿੱਚ ਹੈਗੇ ਹਾਂ ਕਿ ਉਹ ਵਾਧੂ ਦਾ ਬੋਝ ਜਿਹੜਾ ਉਹ ਸੁੱਟ ਦਿੱਤਾ ਜਾਵੇ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ। ਲੇਕਿਨ ਇੱਥੇ ਮੈਨੂੰ ਲੱਗਦਾ ਕਿ ਹਾਲੇ ਉਹਦਾ ਬੋਝ ਤਾਂ ਹੀ ਚੁੱਕੀ ਫਿਰਦੇ ਹੀ ਹੈ। ਮੈਨੂੰ ਇਹ ਵੀ ਲੱਗਦਾ ਵੀ ਹਾਲੇ ਰੀਅਲਾਈਜੇਸ਼ਨ ਵੀ ਪੂਰੀ ਤਰ੍ਹਾਂ ਨਹੀਂ ਹੋਈ ਵੀ ਇਹਨੂੰ ਸੁੱਟਣ ਦੀ ਲੋੜ ਹੈਗੀ ਹੈ ਜਾਂ ਨਹੀਂ ਹੈਗੀ। ਸੋ ਉਸ ਲਿਹਾਜ਼ ਨਾਲ ਮੈਨੂੰ ਲੱਗਦਾ ਸੀ ਕਿ ਲੱਛੂ ਕਬਾੜੀਆ ਇੱਥੇ ਬੈਠੇ ਲੋਕਾਂ ਦੇ ਟੀਕਾ ਲਾਉਣਾ ਬਹੁਤ ਜ਼ਰੂਰੀ ਹੈ। ਲੋਕਾਂ ਨੂੰ ਇਹ ਦੱਸਣਾ, ਇਹ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਇਸ ਤਰ੍ਹਾਂ ਦਾ ਜਿਹੜੀ ਵਿਤਕਰੇ ਵਾਲੀ ਫੀਲਿੰਗ ਤੁਸੀਂ ਲਈ ਫਿਰਦੇ ਹੋ, ਇਹਨੇ ਤੁਹਾਨੂੰ ਕਿਤੇ ਨਹੀਂ ਲੈ ਕੇ ਜਾਣਾ, ਤੁਹਾਡਾ ਕੋਈ ਸਵਾਰਨਾ ਨਹੀਂ। ਇਹ ਬੋਝ ਉਹ ਬੋਝ ਹੈ ਜਿਹੜਾ ਜਿੱਦਣ ਸੁੱਟ ਦੋਗੇ ਤੁਸੀਂ ਖੁਦ ਵੀ ਸੌਖੇ ਮਹਿਸੂਸ ਕਰੋਗੇ ਅਤੇ ਜਿਹਦੇ ਨਾਲ ਵਿਤਕਰਾ ਕਰ ਰਹੇ ਹੋ ਉਹ ਵੀ ਥੋੜ੍ਹਾ ਜਿਹਾ ਸੌਖਾ ਮਹਿਸੂਸ ਕਰੂਗਾ। ਜੇ ਕੈਨੇਡਾ ਵਿੱਚ ਆ ਕੇ ਇਹਨਾਂ ਇਸ ਤਰ੍ਹਾਂ ਦੇ ਨਾਟਕਾਂ ਦੀ ਨਾ ਲੋੜ ਹੁੰਦੀ ਤਾਂ ਕੀ ਕਾਰਨ ਸੀ ਕਿ ਕੈਨੇਡਾ, ਇੰਗਲੈਂਡ, ਅਮਰੀਕਾ ਦੇ ਵਿੱਚ ਆਉਣ ਤੋਂ ਬਾਅਦ ਵੀ ਅਸੀਂ ਵਿਕਸਿਤ ਮੁਲਕ ਕਹਿੰਦੇ ਹਾਂ ਕਿ ਵਿਕਸਿਤ ਮੁਲਕਾਂ ਵਿੱਚ ਆ ਗਏ ਹਾਂ, ਕੀ ਲੋੜ ਸੀ ਕਿ ਇੱਕ ਸ਼ਹਿਰ ਦੇ ਵਿੱਚ ਪੰਜਾਬੀਆਂ ਨੂੰ 10-10 ਜਾਂ 8-8 ਗੁਰਦੁਆਰੇ ਬਣਾਉਣ ਦੀ ਲੋੜ ਹੈ? ਇਹਨੂੰ ਸਿਰਫ ਧਾਰਮਿਕ ਐਂਗਲ ਤੋਂ ਨਹੀਂ ਦੇਖਿਆ ਜਾ ਸਕਦਾ, ਇਹਦਾ ਇੱਕ ਸਮਾਜਿਕ ਐਂਗਲ ਹੈ। ਕਿਉਂਕਿ ਜੇ ਕੋਈ ਸ਼ਰਧਾ ਰੱਖਦਾ ਹੈ ਕਿਸੇ ਗੁਰਦੁਆਰੇ ਜਾਣ ਨੂੰ, ਉਹਨੂੰ ਗੁਰਦੁਆਰੇ 'ਚ ਸਿਰਫ ਇੱਕੋ ਚੀਜ਼ ਚਾਹੀਦੀ ਹੈ, ਗੁਰੂ ਗ੍ਰੰਥ ਸਾਹਿਬ। ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਹੈਗੀ ਹੈ ਉੱਥੇ ਚੱਲ ਜਾਏਗਾ, ਉਹਦੇ ਲਈ ਉਹੀ ਗੁਰਦੁਆਰਾ। ਲੇਕਿਨ ਕੀ ਕਾਰਨ ਹੈ ਕਿ ਮੈਨੂੰ ਇਹ ਸੋਚਣਾ ਪੈਂਦਾ ਕਿ ਮੈਂ ਕਿਹੜੀ ਜਾਤ ਨੂੰ ਬਿਲੋਂਗ ਕਰਦਾ, ਮੇਰੀ ਜਾਤ ਦਾ ਗੁਰਦੁਆਰਾ ਹੈਗਾ ਕਿ ਨਹੀਂ ਹੈਗਾ। ਇਹ ਕਾਰਨ ਮੈਂ ਦੱਸ ਰਿਹਾ। ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬੇਲੋੜਾ ਹੰਕਾਰ ਜਾਂ ਕਿ ਜਿਹੜੀਆਂ ਚੀਜ਼ਾਂ ਦੇ ਉੱਤੇ ਮਾਣ ਨਹੀਂ ਕਰਨਾ ਚਾਹੀਦਾ, ਉਹਨਾਂ ਉੱਤੇ ਮਾਣ ਕਰਨਾ। ਤਾਂ ਮੈਨੂੰ ਲੱਗਦਾ ਸੀ ਕਿ ਇਹ ਟੀਕਾ ਲੱਗਣਾ ਚਾਹੀਦਾ। ਔਰ ਜਦੋਂ ਮੈਂ ਇਹ ਟੂਰ ਹੁਣ ਖ਼ਤਮ ਕਰਕੇ ਤੁਹਾਡੇ ਨਾਲ ਬੈਠਾ ਹਾਂ ਜੀ, ਤੇ ਜੋ ਮੈਨੂੰ ਤਜਰਬੇ ਹੋਏ ਨੇ ਉਹ ਬਹੁਤ ਖੂਬਸੂਰਤ ਹੋਏ ਨੇ। ਬਹੁਤ ਸਾਰੇ ਇਹੋ ਜਿਹੇ ਲੋਕ ਮਿਲੇ ਨੇ ਜਿਨ੍ਹਾਂ ਨੇ ਆ ਕੇ ਕਿਹਾ ਕਿ ਸੱਚੀ ਮੁੱਚੀ
ਸਾਡੇ ਜ਼ਿਹਨ 'ਚ ਚੀਜ਼ਾਂ ਘੁੰਮਦੀਆਂ ਨੇ, ਜੀ ਅਸੀਂ ਇਹਦਾ ਪ੍ਰਾਈਡ ਫੀਲ ਕਰਦੇ ਹਾਂ, ਕਿ ਮੰਨਦੇ ਹਾਂ ਤੁਹਾਡੇ ਅੱਗੇ ਕਿ ਅਸੀਂ ਕਰਦੇ ਹਾਂ, ਲੇਕਿਨ ਸਾਨੂੰ ਨਾਟਕ ਨੇ ਇਹ ਅਹਿਸਾਸ ਕਰਾਇਆ ਕਿ ਨਹੀਂ, ਮਾਣ ਕਰਨ ਵਾਲੀ ਚੀਜ਼ਾਂ ਕੁਝ ਹੋਰ ਨੇ, ਇਹ ਚੀਜ਼ ਮਾਣ ਕਰਨ ਵਾਲੀ ਨਹੀਂ ਹੈ, ਕਿਉਂਕਿ ਇਹ ਤੁਹਾਡੇ ਤੇ ਨਹੀਂ ਹੈ, ਇਹ ਤੁਸੀਂ ਕਿਸ ਘਰ 'ਚ ਜੰਮੇ, ਤੁਸੀਂ ਕਿਸ ਤਰ੍ਹਾਂ ਦੇ ਪਰਿਵਾਰ 'ਚ ਜੰਮੇ, ਅਮੀਰ 'ਚ ਜੰਮੇ, ਗਰੀਬ 'ਚ ਜੰਮੇ, ਕਿਹੜੀ ਜਾਤ 'ਚ ਜੰਮੇ, ਇਹ ਤਾਂ ਤੁਹਾਡੇ ਵੱਸ ਵਿੱਚ ਨਹੀਂ ਸੀ। ਉਹਦੇ ਕਰਕੇ ਤੁਹਾਡੀ ਇੱਜ਼ਤ, ਤੁਹਾਡੀ ਮਾਣ, ਤੁਹਾਡਾ ਸ਼ੋਹਰਤ ਤੁਹਾਨੂੰ ਕਿਉਂ ਮਿਲੇ ਤਾਂ ਮਿਲੇ ਤੁਹਾਡੇ ਕਰਮਾਂ ਕਰਕੇ ਮਿਲੇ ਜੀ। ਸੋ ਇਸ ਚੀਜ਼ ਦਾ ਅਹਿਸਾਸ ਲੋਕਾਂ ਦੇ ਵਿੱਚ ਪੈਦਾ ਹੋਇਆ ਹੈ, ਉਹ ਹੋਇਆ, ਤੇ ਮੈਂ ਸਮਝਦਾ ਕਿ ਇਸ ਨਾਟਕ ਨੂੰ ਇੱਥੇ ਪੇਸ਼ ਕਰਨ ਦਾ ਜਿਹੜਾ ਮਕਸਦ ਸੀ ਉਹ ਹੱਲ ਹੋਇਆ। ਕਿਉਂਕਿ ਮੇਰੇ ਲਈ ਕੋਈ ਵੀ ਆਪਣਾ ਨਾਟਕ ਕੋਈ ਇੱਕ ਮਤਲਬ ਇਹ ਨਹੀਂ ਹੈਗਾ ਵੀ ਉਹ ਕੱਲਾ ਨਾਟਕ ਹੈ, ਇੱਕ ਵਿਸ਼ੇ ਨੂੰ ਛੂੰਹਦਾ ਤੇ ਮੈਂ ਉੱਥੇ ਹੀ ਖੜਨਾ ਚਾਹੁੰਦਾ, ਅਜਿਹਾ ਨਹੀਂ ਹੈ। ਕਿਸੇ ਇੱਕ ਵਿਸ਼ੇ ਨੂੰ ਛੂੰਹਦਾ ਹੋਇਆ ਨਾਟਕ ਵੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਤਮਾਮ ਜਿੰਨੀਆਂ ਵੀ ਉਲਝਣਾਂ ਨੇ, ਜਾਂ ਜਿੰਨੀਆਂ ਵੀ ਉਲਝਣਾਂ ਨੂੰ ਠੀਕ ਕਰਨ ਲਈ ਸੰਘਰਸ਼ ਚੱਲ ਰਿਹਾ, ਉਹ ਸਾਰੇ ਕੁਝ ਨੂੰ ਹੀ ਅਸਲ ਵਿੱਚ ਸਮੇਟਦਾ ਹੁੰਦਾ। ਇਸੇ ਕਰਕੇ ਲੱਛੂ ਕਬਾੜੀਆ ਨੂੰ ਮੈਂ ਸਿਰਫ ਜਾਤੀ ਪਾਤੀ ਵਿਤਕਰੇ ਤੱਕ ਸੀਮਤ ਨਹੀਂ ਰੱਖਦਾ, ਇਸ ਤੋਂ ਵੀ ਉੱਪਰਲੀ ਗੱਲ ਉਹ ਕਰਦਾ ਹੈ ਕਿ ਜੇ ਅਸੀਂ ਸੱਚੀ ਮੁੱਚੀ ਸਮਝਦੇ ਹਾਂ ਕਿ ਸਾਡੀਆਂ ਸਾਰੀਆਂ ਉਲਝਣਾਂ, ਗੁੰਝਣਾਂ, ਕਮਜ਼ੋਰੀਆਂ, ਮਰਜ਼ਾਂ ਦਾ ਜਿਹੜਾ ਅਸਲ ਗੁਨਾਹਗਾਰ ਹੈ ਉਹ ਸੱਤਾ ਹੈ, ਤਾਂ ਫਿਰ ਸੱਤਾ ਨਾਲ ਇੱਦਾਂ ਅਲੱਗ-ਅਲੱਗ ਟੁਕੜਿਆਂ 'ਚ ਰਹਿ ਕੇ ਨਹੀਂ ਲੜਿਆ ਜਾਣਾ। ਜੇ ਸੱਚਮੁੱਚ ਸਾਨੂੰ ਲੱਗਦਾ ਕਿ ਸੱਤਾ ਨਾਲ ਲੜਨਾ ਚਾਹੀਦਾ ਜਾਂ ਸਾਡੀ ਲੋੜ ਹੈ, ਉਹਦੇ ਲਈ ਇਕੱਠੇ ਹੋਣ ਦੀ ਲੋੜ ਹੈ, ਤੇ ਇਕੱਠੇ ਹੋਣ ਲਈ ਘੱਟੋ ਘੱਟ ਜਿਹੜੀ ਚੀਜ਼ਾਂ ਛੱਡੀਆਂ ਜਾ ਸਕਦੀਆਂ ਉਹਨਾਂ ਨੂੰ ਤਾਂ ਛੱਡ ਦਈਏ ਨਾ। ਕੋਈ ਇਸ ਤਰ੍ਹਾਂ ਦੇ ਵੀ ਰਿਐਕਸ਼ਨਸ ਆਏ, ਕਿਸੇ ਨੇ ਰਿਸਪੌਂਸ ਇਸ ਤਰ੍ਹਾਂ ਦਾ ਦਿੱਤਾ ਹੋਵੇ ਕਿ ਨਹੀਂ ਹੁਣ ਅਸੀਂ ਇਹਨਾਂ ਚੀਜ਼ਾਂ ਤੋਂ ਬਹੁਤ ਅੱਗੇ ਆ ਗਏ ਹਾਂ, ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਤਾਂ ਇਹ ਚੀਜ਼ਾਂ ਐਗਜ਼ਿਸਟ ਹੀ ਨਹੀਂ ਕਰਦੀਆਂ, ਕਿਸੇ ਤਰ੍ਹਾਂ ਦੀ ਜਿਹੜੀ ਤਕਰਾਰ ਭਰੀ ਕੋਈ ਜਿਹੜੇ ਖਿਆਲ ਹੋਣ, ਇਸ ਤਰ੍ਹਾਂ ਦਾ ਵੀ ਕੋਈ ਤਜਰਬਾ ਹੋਇਆ? ਬਹੁਤ, ਇਹ ਉੱਥੇ ਵੀ ਹੋਇਆ, ਬਹੁਤ, ਉੱਥੇ ਤਾਂ ਬਹੁਤ ਹੀ ਜ਼ਿਆਦਾ ਹੋਇਆ ਸੀ। ਕਿਸ ਜਗ੍ਹਾ ਤੇ? ਇੰਡੀਆ ਜਦੋਂ ਮੈਂ ਬੈਠਾ ਸੀ ਉੱਥੇ ਤਾਂ ਬਹੁਤ ਹੀ ਜ਼ਿਆਦਾ ਹੋਇਆ ਸੀ ਨਾ, ਕਿ ਵੀ ਇਹਦੀ ਤਾਂ ਲੋੜ ਹੀ ਨਹੀਂ ਹੈ, ਇਹ ਤੇ ਵੇਲਾ ਵਿਆਹ ਚੁੱਕੀਆਂ ਗੱਲਾਂ ਨੇ, ਹੁਣ ਕੌਣ ਵਿਤਕਰੇ ਕਰਦਾ ਜੀ, ਕੌਣ ਜਾਤੀ ਸੂਚਕ ਸ਼ਬਦ ਵਰਤਦਾ ਜੀ, ਹੈ ਨਾ। ਲੇਕਿਨ ਜਿਸ ਸਮਾਜ ਵਿੱਚ ਜਿਉਂਦੇ ਆ ਉਸ ਸਮਾਜ ਵਿੱਚ ਤਾਂ ਹਰ ਰੋਜ਼ ਤੁਹਾਨੂੰ ਇਹ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ। ਇੱਥੇ ਵੀ ਹੋਇਆ, ਇੱਥੇ ਵੀ ਬਹੁਤ ਸਾਰਾ ਦਾ ਰਿਐਕਸ਼ਨ ਹੋਇਆ, ਲੇਕਿਨ ਪਤਾ ਨਹੀਂ ਸਵਾਦਲੀ ਗੱਲ ਇਹ ਹੋਈ, ਕਮਾਲ ਦੀ ਗੱਲ ਇਹ ਹੋਈ ਕਿ ਇਹ ਰਿਐਕਸ਼ਨ ਨਾਟਕ ਦੇਖਣ ਤੋਂ ਪਹਿਲਾਂ ਸੀ। ਅੱਛਾ, ਨਾਟਕ ਦੇਖਣ ਤੋਂ ਬਾਅਦ ਕਿਤੋਂ ਇਹ ਰਿਐਕਸ਼ਨ ਨਹੀਂ ਆਇਆ ਕਿ ਨਹੀਂ ਇਹ ਚੀਜ਼ਾਂ। ਨਾਟਕ ਦੇਖਣ ਤੋਂ ਬਾਅਦ ਇਹ ਜ਼ਰੂਰ ਆਇਆ, ਮਤਲਬ ਕਈਆਂ ਨੂੰ ਲੱਗਾ ਕਿ ਯਾਰ ਬਹੁਤ ਸਖਤ ਚਪੇੜ ਹੈ, ਬਰਦਾਸ਼ਤ ਕਰਨੀ ਔਖੀ ਹੈ, ਸਮਝਦੇ ਹੋਇਆਂ ਵੀ, ਮੰਨਦੇ ਹੋਇਆਂ ਵੀ ਕਿ ਇਹ ਚਪੇੜ ਪੈਣੀ ਚਾਹੀਦੀ ਹੈ, ਪਰ ਬਰਦਾਸ਼ਤ ਕਰਨੀ ਬਹੁਤ ਔਖੀ ਹੈ, ਬਹੁਤ ਸਖਤ ਹੈ, ਇਹ ਥੋੜੀ ਨਰਮ ਨਹੀਂ ਸੀ ਹੋ ਸਕਦੀ। ਤੇ ਮੈਂ ਉਹਨਾਂ ਨੂੰ, ਮੈਨੂੰ ਇੱਕੋ ਜਵਾਬ ਹੁੰਦਾ ਕਿ ਜਦੋਂ ਕਿਸੇ ਦੀ ਚਪੇੜ ਵੱਜਣੀ ਚਾਹੀਦੀ ਹੈ, ਜਦੋਂ ਹੈ ਨਾ ਉਹ ਡਿਜ਼ਰਵ ਕਰਦਾ ਕਿ ਚਪੇੜ, ਫਿਰ ਚਪੇੜ ਮਾਰਨ ਵਾਲਾ ਇਹ ਨਹੀਂ ਸੋਚਦਾ ਹੁੰਦਾ ਨਾ ਕਿ ਚਪੇੜ ਹੁਣ ਹੌਲੀ ਦੇਣੀ ਮਾਰੀਏ ਜਾਂ ਤੇਜ਼ ਮਾਰੀਏ, ਉਹ ਤਾਂ ਫਿਰ ਚਪੇੜ ਪੂਰੇ ਵੇਗ ਨਾਲ ਹੀ ਵੱਜੇਗੀ, ਕਿਉਂਕਿ ਸਦੀਆਂ ਤੋਂ ਉਸ ਵਰਗ ਨੂੰ ਲਤਾੜਿਆ ਗਿਆ, ਪੁੰਜੇ ਸੁੱਟਿਆ ਗਿਆ, ਤੇ ਜੇ ਉਹਦੇ ਹੱਕ ਦੀ ਆਵਾਜ਼ ਕੋਈ ਚੁੱਕੇਗਾ ਤਾਂ ਫਿਰ ਚਪੇੜ ਜ਼ੋਰਦਾਰ ਹੀ ਵੱਜੇਗੀ। ਡਾਕਟਰ ਸਾਹਿਬ ਸਿੰਘ, ਇੱਥੇ ਇੱਕ ਬਹੁਤ ਇੰਪੋਰਟੈਂਟ ਇੱਕ ਚੀਜ਼ ਹੈਗੀ ਆ, ਆਪਾਂ ਮੰਨੀਏ ਜਾਂ ਨਾ ਮੰਨੀਏ, ਅਸੀਂ ਜਾਤ ਪਾਤ ਨੂੰ ਨਹੀਂ ਮੰਨਦੇ, ਮੰਨ ਕੇ ਚੱਲੀਏ, ਤੁਸੀਂ ਨਹੀਂ ਮੰਨਦੇ, ਮੈਂ ਨਹੀਂ ਮੰਨਦੀ, ਸਾਡੇ ਲਈ ਸਿਰਫ ਇਨਸਾਨ ਜਿਹੜੇ ਆ ਇਨਸਾਨ ਨੇ, ਪਰ ਇਹ ਜਿਹੜੀ ਸੁਸਾਇਟੀ 'ਚ ਅਸੀਂ ਜਨਮ ਲਿਆ ਹੋਇਆ, ਸਾਨੂੰ ਫਿਰ ਵੀ ਲੋਕ ਕੈਟੇਗਰਾਈਜ਼ ਕਰਕੇ ਦੇਖਦੇ ਆ ਕਿ ਫਲਾਣਾ ਜੱਟ ਆ, ਫਲਾਣਾ ਇਸ ਕਾਸਟ ਆ, ਤੁਹਾਨੂੰ ਵੀ ਕੈਟੇਗਰਾਈਜ਼ ਕੀਤਾ ਜਾਂਦਾ ਹੋਊਗਾ, ਮੈਨੂੰ ਵੀ ਕੈਟੇਗਰਾਈਜ਼ ਕੀਤਾ ਜਾਂਦਾ। ਸੋ ਕਾਲਡ ਛੋਟੀਆਂ ਜਾਤਾਂ ਜਾਂ ਸੋ ਕਾਲਡ ਉਹ ਵਰਗ ਜਿਹਨੂੰ ਲਤਾੜਿਆ ਗਿਆ, ਜਿਹਨੂੰ ਪਿੱਛੇ ਰੱਖਿਆ ਗਿਆ, ਉਸ ਵਰਗ ਦੇ ਵਿੱਚੋਂ ਉੱਠ ਕੇ ਕੋਈ ਉਹਨਾਂ ਦੀ ਗੱਲ ਕਰੇ, ਉਹ ਤਾਂ ਮੰਨਦੇ ਆਪਾਂ, ਪਰ ਦੂਸਰੇ ਪਾਸੇ ਸੋ ਕਾਲਡ ਹਾਈ ਕਾਸਟ ਦੇ ਵਿੱਚੋਂ ਉੱਠ ਕੇ ਉਹਨਾਂ ਦੀ ਬਿਲਕੁਲ ਇਨ ਬਿਨ ਉਸੇ ਤਰ੍ਹਾਂ ਗੱਲ ਕਰ ਲੈਣੀ, ਉਹ ਵੀ ਲੋਕ ਹੈਰਾਨ ਹੋ ਜਾਂਦੇ ਆ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਸਾਡੀਆਂ ਭਾਵਨਾਵਾਂ ਨੂੰ ਇਨ ਬਿਨ ਮਹਿਸੂਸ ਕੀਤਾ ਜਾ ਰਿਹਾ, ਬਿਆਨ ਕੀਤਾ ਜਾ ਰਿਹਾ। ਇਹ ਸਿਰਫ ਕਲਾ ਹੀ ਹੈ ਜਾਂ ਕੁਝ ਹੋਰ ਹੈ? ਮੈਨੂੰ ਏਦਾਂ ਲੱਗਦਾ ਕਿ ਜਿਹੜਾ ਸਾਡਾ ਪੰਜਾਬੀ ਸਮਾਜ ਹੈ ਨਾ, ਪੰਜਾਬੀ ਸਮਾਜ ਬਾਬੇ ਨਾਨਕ ਦੀ ਗੱਲ ਬਹੁਤ ਜ਼ਿਆਦਾ ਕਰਦਾ ਹੈ। ਮੈਂ ਵੀ ਕਰਦਾ, ਮੈਂ ਬਾਬੇ ਨਾਨਕ ਦੇ ਬਹੁਤ ਨੇੜੇ ਹਾਂ। ਮੈਂ ਅਕਸਰ ਬਾਬੇ ਨਾਨਕ ਦੀ ਛਾਤੀ ਨਾਲ ਲੱਗ ਕੇ ਬਾਬੇ ਦੀ ਗੱਲ ਸੁਣਨ ਦੀ ਕੋਸ਼ਿਸ਼ ਕਰਦਾ ਹੁੰਦਾ। ਹੁਣ ਤੁਸੀਂ ਜ਼ਰਾ ਨਜ਼ਰ ਮਾਰੋ ਕਿ ਬਾਬਾ ਕਿਸ ਪਰਿਵਾਰ ਨੂੰ ਬਿਲੋਂਗ ਕਰਦਾ ਸੀ। ਖੱਤਰੀ ਪਰਿਵਾਰ ਸੀ, ਚੰਗਾ ਖਾਂਦਾ ਪੀਂਦਾ ਖਾਨਦਾਨ ਸੀ, ਕਿਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਸੀ, ਲੇਕਿਨ ਬਾਬੇ ਨੇ ਸਾਰੀ ਜ਼ਿੰਦਗੀ ਦੂਜਿਆਂ ਦੇ ਦੁੱਖ ਦਰਦ ਨੂੰ ਮਹਿਸੂਸ ਕੀਤਾ, ਸਮਝਿਆ, ਲਿਖਿਆ, ਲੋਕਾਂ ਤੱਕ ਪਹੁੰਚਾਇਆ। ਤੇ ਜੇ ਅਸੀਂ ਭੋਰਾ ਪਰ ਵੀ ਇਹ ਮੰਨਦੇ ਹਾਂ ਕਿ ਅਸੀਂ ਬਾਬੇ ਨਾਨਕ ਦੇ ਚੇਲੇ ਹਾਂ ਜਾਂ ਨਾਨਕ ਨਾਮ ਲੇਵਾ ਹਾਂ, ਤਾਂ ਫਿਰ ਸਾਨੂੰ ਇਹ ਸਮਝਣਾ ਪਊ ਕਿ ਸਿਰਫ ਨਾਮ ਲੈਣਾ ਹੀ ਕਾਫੀ ਹੈ ਜਾਂ ਕੁਝ ਚੀਜ਼ਾਂ ਸਿੱਖ ਲੈਣੀਆਂ ਵੀ ਜ਼ਰੂਰੀ ਨੇ।
ਇਸ ਕਰਕੇ ਇਹ ਬਿਲਕੁਲ ਵੀ ਇੰਪੋਰਟੈਂਟ ਨਹੀਂ ਹੈ ਕਿ ਤੁਸੀਂ ਸਮਾਜ ਦੇ ਕਿਸ ਕੈਟਾਗਰੀ ਦੇ ਵਿੱਚ ਬੈਠੇ ਹੋ, ਤੁਸੀਂ ਸਮਾਜ ਦੇ ਕਿਸ ਵਰਗ ਵਿੱਚ। ਇੰਪੋਰਟੈਂਟ ਤੇ ਹੈ ਕਿ ਕੀ ਤੁਸੀਂ ਸੰਵੇਦਨਸ਼ੀਲ ਹੈਗੇ ਹੋ ਜਾਂ ਨਹੀਂ ਹੈਗੇ। ਜਿਸ ਵਰਗ ਦੀ ਤੁਸੀਂ ਉਹ ਗੱਲ ਕਰ ਲਿਓ, ਲਤਾੜਾ ਹੋਇਆ ਵਰਗ, ਬਹੁਤ ਸਾਰੀਆਂ ਐਗਜ਼ਾਮਪਲਸ ਮੇਰੇ ਆਲੇ ਦੁਆਲੇ ਇਸ ਤਰ੍ਹਾਂ ਦੀ ਵੇਖ ਗਏ ਕਿ ਉਸ ਵਰਗ ਦੇ ਵਿੱਚੋਂ ਕੋਈ ਵਿਅਕਤੀ ਜਦੋਂ ਤਰੱਕੀ ਕਰ ਜਾਂਦਾ ਹੈ, ਉਹ ਤਰੱਕੀ ਕਰਕੇ ਉਸੇ ਵਰਗ ਦਾ ਹੁੰਦਾ, ਉਹ ਇੱਕ ਵਿੱਥ ਸਿਰਜ ਲੈਂਦਾ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਨੇ। ਇਹਦੇ ਪਿੱਛੇ ਮਜਬੂਰੀਆਂ ਨੇ, ਇਹਦੇ ਪਿੱਛੇ ਬਹੁਤ ਵੱਡਾ ਸੰਕਟ ਹੈ। ਕਿਉਂ ਕਰਦੇ? ਉਹ ਇੱਕ ਅਲੱਗ ਸਬਜੈਕਟ ਹੈ, ਲੇਕਿਨ ਉਹ ਜਦੋਂ ਬਾਅਦ ਚ ਗੱਲਾਂ ਕਰਦੇ ਆਪਾਂ ਉਹਨਾਂ ਨਾਲ, ਉਸ ਦਰਦ ਨੂੰ ਉਸ ਸ਼ਿੱਦਤ ਨਾਲ ਮਹਿਸੂਸ ਨਹੀਂ ਕਰਦੇ। ਲੇਕਿਨ ਜੇ ਤੁਸੀਂ ਡਿਸਟੈਂਸ ਤੇ ਵੀ ਬੈਠੇ ਹੋ, ਸਾਹਿਤ ਦੇ ਵਿੱਚ ਤਾਂ ਆਮ ਤੌਰ ਤੇ ਕਿਹਾ ਜਾਂਦਾ, ਵੈਸੇ ਤਾਂ ਪੋਲਿਟਿਕਸ ਵਿੱਚ ਵੀ ਕਿਹਾ ਜਾਂਦਾ ਕਿ ਜੇ ਕਿਸੇ ਵਰਤਾਰੇ ਨੂੰ ਸਮਝਣਾ ਤਾਂ ਥੋੜਾ ਡਿਸਟੈਂਸ ਤੇ ਹੋ ਕੇ ਸਮਝਣ ਦੀ ਕੋਸ਼ਿਸ਼ ਕਰੋ। ਫੌਰੀ ਤੌਰ ਤੇ ਪ੍ਰਤੀਕਰਮ ਦਓਗੇ ਤੇ ਸ਼ਾਇਦ ਉਹ ਲਾਰ ਹੋਏਗਾ। ਸੋ ਜੇ ਤੁਸੀਂ ਸੰਵੇਦਨਸ਼ੀਲ ਹੈਗੇ ਹੋ ਜੀ, ਔਰ ਤੁਹਾਡੇ ਅੰਦਰ ਕਿਤੇ ਤੁਹਾਨੂੰ ਇਹ ਪਤਾ ਹੈ ਕਿ ਤੁਹਾਡੀ ਕਲਮ ਕੁਝ ਲਿਖ ਸਕਦੀ ਹੈ, ਤੁਹਾਡੇ ਕੋਲ ਕੁਝ ਸ਼ਬਦ ਹੈਗੇ ਆ, ਕੁਝ ਅੱਖਰਾਂ ਨੂੰ ਜੋੜ ਕੇ ਖੂਬਸੂਰਤ ਸ਼ਬਦ ਤੁਸੀਂ ਬਣਾ ਸਕਦੇ ਹੋ, ਉਹਨਾਂ ਸ਼ਬਦਾਂ ਦੇ ਵਾਕ ਤੁਸੀਂ ਘੜ ਸਕਦੇ ਹੋ, ਉਸਾਰ ਸਕਦੇ ਹੋ। ਤੁਸੀਂ ਕਿਸੇ ਵਰਤਾਰੇ ਨੂੰ, ਕਿਸੇ ਭਾਵਨਾ ਨੂੰ, ਕਿਸੇ ਵਿਅਕਤੀ ਨੂੰ, ਕਿਸੇ ਜਗ੍ਹਾ ਨੂੰ ਤੁਸੀਂ ਬਿਆਨ ਕਰ ਸਕਦੇ ਹੋ ਆਪਣੇ ਸ਼ਬਦਾਂ ਵਿੱਚ। ਤਾਂ ਫਿਰ ਜੋ ਕੁਝ ਤੁਸੀਂ ਆਲੇ ਦੁਆਲੇ ਦੇਖ ਰਹੇ ਹੋ, ਉਹਦੇ ਵਿੱਚ ਚੋਣ ਤੁਸੀਂ ਕਰਨੀ ਹੈ। ਤੁਹਾਡੇ ਆਲੇ ਦੁਆਲੇ ਬਹੁਤ ਕੁਝ ਵਾਪਰ ਰਿਹਾ ਜੀ। ਇਹ ਜੋ ਕੁਝ ਮੈਂ ਲਿਖਿਆ, ਜੋ ਕੁਝ ਮੈਂ ਪੇਸ਼ ਕੀਤਾ, ਇਹ ਜਦੋਂ ਮੈਂ ਛੋਟਾ ਜਿਹਾ ਸੀ ਉਦੋਂ ਤੋਂ ਮੇਰੇ ਆਲੇ ਦੁਆਲੇ ਵਾਪਰ ਰਿਹਾ ਸੀ, ਉਦੋਂ ਤੋਂ ਮੈਂ ਦੇਖ ਰਿਹਾ ਸੀ। ਪਰ ਉਦੋਂ ਮੈਂ ਉਸ ਸ਼ਿੱਦਤ ਨਾਲ ਮਹਿਸੂਸ ਨਹੀਂ ਸੀ ਕਰ ਸਕਦਾ, ਕਿਉਂਕਿ ਮੇਰੇ ਆਲੇ ਦੁਆਲੇ ਕੋਈ ਲੇਖਕ ਨਹੀਂ ਸੀ, ਮੇਰੇ ਪਰਿਵਾਰ 'ਚ ਕੋਈ ਲੇਖਕ ਜਾਂ ਉਸ ਤਰ੍ਹਾਂ ਨਹੀਂ ਸੀਗਾ। ਪਰ ਮੈਨੂੰ ਗੱਲਾਂ ਅਜੀਬ ਲੱਗਦੀਆਂ ਸੀ ਕਿ ਇੱਥੋਂ ਉੱਠ ਕੇ ਪਿੰਡ ਚੋਂ 100 ਕਰਮਾਂ ਦੇ ਉੱਤੇ ਜਾ ਕੇ ਇੱਕ ਜਗ੍ਹਾ ਆ ਜਾਂਦੀ ਹੈ ਜਿਹੜੀ ਕਿ ਬਿਲਕੁਲ ਟੋਟਲੀ ਅਲੱਗ ਜਗ੍ਹਾ ਆ ਜਾਂਦੀ ਹੈ। ਤੇ ਪਿੰਡ ਤਾਂ ਇੱਕੋ ਹੀ ਹੈ, ਪਿੰਡ ਮੇਰਾ ਵੀ ਚੱਕ ਸਿੰਘਾ, ਪਿੰਡ ਉਹਨਾਂ ਦਾ ਵੀ ਚੱਕ ਸਿੰਘਾ। ਗਲੀਆਂ ਹੌਲੀ ਹੌਲੀ ਜਿੱਦਾਂ ਬਰੀਕ ਹੋਈ ਜਾਂਦੀਆਂ, ਸਾਫ਼ ਤੋਂ ਗੰਦੀਆਂ ਹੋਈ ਜਾਂਦੀਆਂ, ਘਰ ਲੋਕਾਂ ਦੇ ਛੋਟੇ ਹੋਈ ਜਾਂਦੇ ਆ, ਬੂਹੇ ਛੋਟੇ ਹੋਈ ਜਾਂਦੇ ਆ, ਇੱਕ ਸਟੇਜ ਆਉਂਦੀ ਬੂਹਾ ਹੈ ਹੀ ਨਹੀਂ, ਰਹਿੰਦਾ ਨਹੀਂ। ਤਾਂ ਮਨ ਦੇ ਵਿੱਚ ਸਵਾਲ ਪੈਦਾ ਹੁੰਦੇ ਸੀ ਕਿ ਇਦਾਂ ਦੀ ਗੱਲ ਕਿਉਂ ਆ। ਪਰ ਉਸ ਤੀਬਰਤਾ ਨਾਲ ਨਹੀਂ ਸੀ ਹੁੰਦੇ ਜਿਸ ਤੀਬਰਤਾ ਨਾਲ ਹੋਣੇ ਚਾਹੀਦੇ ਸੀ। ਲੇਕਿਨ ਹਰ ਲੇਖਕ ਦਾ ਇੱਕ ਵਾਟਰਸ਼ੈਡ ਹੁੰਦਾ ਹੈ ਕਿ ਜਿੱਥੋਂ ਉਹ ਚੀਜ਼ਾਂ ਚੁੱਕਦਾ ਜੋ ਹੈ ਨਾ। ਮੇਰਾ ਉਹ ਜਿਹੜੀ ਪਿੰਡ 'ਚ ਜ਼ਿੰਦਗੀ ਬਿਤਾਈ ਮੈਂ ਜੀ, ਉਹ ਮੇਰੀ ਹੈਗੀ। ਮੇਰੇ ਆਲੇ ਦੁਆਲੇ ਪਾਤਰ ਘੁੰਮਦੇ ਰਹੇ, ਮੇਰੇ ਦੋਸਤ, ਮੇਰੇ ਮਿੱਤਰ, ਮੇਰੇ ਸਹਿਪਾਠੀ, ਉਹਨਾਂ ਦੇ ਨਾਲ ਮੈਂ ਜੋ ਵਿਚਰਦਾ ਸੀ ਨਾ, ਮੈਨੂੰ ਬਹੁਤ, ਜਦੋਂ ਮੈਂ ਲਿਖਣਾ ਸ਼ੁਰੂ ਕੀਤਾ, ਮੈਨੂੰ ਬਹੁਤ ਸ਼ਿੱਦਤ ਨਾਲ ਮਹਿਸੂਸ ਕਰਦਾ ਸੀ ਕਿ ਯਾਰ ਜ਼ਿੰਦਗੀ ਦੇ ਹੋਰ ਵੱਡੇ ਵੱਡੇ ਸੰਘਰਸ਼ ਜਿਹੜੇ ਹੈਗੇ ਨੇ ਉਹ ਤਾਂ ਚੱਲ ਰਹੇ ਨੇ। ਆਹ ਸੰਘਰਸ਼ ਬਹੁਤ ਹੀ ਸੂਖਮ ਸੰਘਰਸ਼ ਹੈ ਕਿ ਜਿਉਣਾ ਤੁਸੀਂ ਫਿਰ ਵੀ ਸਮਾਜ 'ਚ ਰਹਿਣਾ, ਕਿਸੇ ਨਾ ਕਿਸੇ ਤਰ੍ਹਾਂ ਜੇ ਸਿਰ ਨਹੀਂ ਚੁੱਕਣ ਦਿੰਦੇ, ਸਿਰ ਝੁਕਾ ਕੇ ਜਿਉਣਾ, ਪਰਿਵਾਰ ਵੀ ਪਾਲਣਾ, ਨਿਆਣੇ ਵੀ ਜੋ ਪੜ੍ਹਾ ਸਕਦੇ, ਜੋ ਕੁਝ ਕਰਨਾ। ਲੇਕਿਨ ਤੁਹਾਡੀ ਡਿਗਨਿਟੀ ਦੇ ਉੱਤੇ ਆਲਵੇਜ਼ ਅਟੈਕ ਹੋ ਰਿਹਾ, ਤੁਹਾਡੀ ਇੰਟੀਗ੍ਰੇਸ਼ਨ ਤੇ ਡੇਲੀ ਇੰਟੈਗ੍ਰਿਟੀ ਤੁਹਾਡੀ ਭੰਗ ਕੀਤੀ ਜਾ ਰਹੀ ਹੈ। ਉਹ ਕਿਹੋ ਜਿਹੇ ਮਨੁੱਖ ਨੇ ਫਿਰ ਵੀ ਜੀ ਜਾਂਦੇ ਨੇ। ਔਰ ਉਸੇ ਸਮਾਜ ਦੇ ਵਿੱਚੋਂ ਸਾਡੇ ਬਹੁਤ ਜ਼ਹੀਨ ਦੋਸਤ ਨਿਕਲਦੇ ਨੇ ਜਿਹੜੇ ਫਿਰ ਲਿਖਦੇ ਨੇ। ਮੇਰੇ ਕਿੰਨੇ ਦੋਸਤ ਨੇ, ਮੇਰੇ ਤੋਂ ਸੀਨੀਅਰ ਵੀ ਨੇ, ਜਿਹੜੇ ਉਸ ਵਰਗ ਚੋਂ ਨਿਕਲੇ ਲੇਕਿਨ ਅੱਜ ਲਿਖ ਰਹੇ ਨੇ। ਜਦੋਂ ਉਹਨਾਂ ਦੀ ਲਿਖਤ ਵਿੱਚੋਂ ਮੈਂ ਉਹ ਦਰਦ ਪੜ੍ਹਦਾ ਤਾਂ ਮੈਨੂੰ ਏਦਾਂ ਲੱਗਾ ਸੀ, ਮੈਂ ਸ਼ਾਇਦ ਕਿਸੇ ਆਪਣੀ ਰਚਨਾ 'ਚ ਵੀ ਲਿਖਿਆ ਕਿ ਮੇਰੇ ਜਿਹੜੇ ਬਾਬੇ ਸੀ ਨਾ, ਦਾਦੇ, 4 ਭਰਾ ਸੀਗੇ, ਉਹ ਨਾ ਲੜਦੇ ਬਹੁਤ ਹੁੰਦੇ। ਲੜਦੇ ਮੀਨਸ ਕਿਸੇ ਬਾਹਰੀ ਹਮਲਾਵਰ ਨਾਲ ਲੜ ਪੈਂਦੇ ਸੀ। ਤੇ ਜਦੋਂ ਲੜਦੇ ਸੀ ਤਾਂ ਉੱਚੀ ਹੋਕਰਾ ਮਾਰਦੇ ਸੀ ਬਈ ਡਾਕੂ ਜਾਂ ਲੋਟੂ ਆ ਗਏ ਨੇ। ਤੇ ਪਿੰਡ ਦਾ ਜਿਹੜਾ ਦੂਸਰਾ ਪਾਸਾ ਹੈ, ਉਧਰੋਂ ਵੀ 4-5 ਜਣੇ, ਭਗਤੂ, ਧੰਨਾ, ਸ਼ੀਬਾ, ਏਦਾਂ ਸੀਗੇ। ਉਹ ਉਸੇ ਵੇਲੇ ਉਹ ਵੀ ਡਾਂਗਾ ਚੱਕ ਕੇ ਆ ਗਏ ਆ ਵਤਨ ਸਿਆਂ। ਫਿਰ ਜਦੋਂ ਕੁੱਟ-ਕੁੱਟ ਕੇ ਭਜਾ ਦਿੰਦੇ ਸੀ, ਸੱਟਾਂ ਲੱਗਦੀਆਂ ਸੀ, ਤੇ ਸ਼ਾਮ ਨੂੰ ਨਾ ਕਿਸੇ ਜਵਾਕ ਨੂੰ ਕਿਹਾ ਜਾਂਦਾ ਸੀ, ਆ ਘਿਓ ਦਾ ਛੰਨਾ ਨਾ ਦੇ ਆ ਉਹਨਾਂ ਦੇ ਘਰੇ, ਇਹ ਘਿਓ ਦਾ ਛੰਨਾ ਸੱਟਾਂ ਚੁਗ ਲੇਗਾ ਉਹਨਾਂ ਦੀਆਂ ਥੋੜੀਆਂ। ਸੋ ਉਹ ਮੈਨੂੰ ਲੱਗਦਾ ਵੀ ਲੱਚੂ ਕਪਾੜੀਆ ਲਿਖ ਕੇ ਇੱਕ ਘਿਓ ਦਾ ਛੰਨਾ ਹੀ ਮੈਂ ਉਹਨਾਂ ਨੂੰ ਅਰਪਿਤ ਕਰ ਰਿਹਾ ਕਿ ਕੁਛ ਤਾਂ ਸੱਟਾਂ ਚੁਗੀਆਂ ਜਾਣ ਤੇ ਕੁਛ ਤਾਂ। ਲੱਚੂ ਕਪਾੜੀਆ ਦੀ ਗੱਲ ਜਿਹੜੀ ਆ ਉਹ ਬੜੀ ਖੂਬਸੂਰਤੀ ਦੇ ਨਾਲ ਤੁਸੀਂ ਸਮ ਅਪ ਕੀਤੀ ਹੈ। ਪਰ ਹੁਣ ਕੁਝ ਬਾਕੀ ਐਕਟੀਵਿਟੀਜ਼ ਜਿਹੜੀਆਂ ਤੁਸੀਂ ਕੈਨੇਡਾ ਦੀ ਆਪਣੀ ਇਸ ਦੌਰੇ ਦੇ ਦੌਰਾਨ ਕੀਤੀਆਂ, ਕੁਝ ਖਾਸ ਵਿਜ਼ਨ ਲੈ ਕੇ ਆਏ ਸੀ। ਮੈਨੂੰ ਇੰਨਾ ਪਤਾ ਕਿ ਮੈਂ ਸੁਣਨ ਵਾਲਿਆਂ ਨੂੰ ਦੱਸ ਦਿਆਂ ਕਿ ਮੈਂ ਇਹਨਾਂ ਦੀ ਇੱਥੇ ਦੀ ਯਾਤਰਾ ਦੇ ਦੌਰਾਨ ਕੁਝ ਇਹਨਾਂ ਦੇ ਨਾਲ ਚੱਲੀ ਹਾਂ, ਕੁਝ ਇਹਨਾਂ ਦੇ ਮਗਰ ਵੀ ਚੱਲੀ ਹਾਂ, ਕਿਉਂਕਿ ਜਿਹੜੀ ਗੱਲ ਇਨੀਸ਼ੀਏਟ ਹੋਈ ਸੀ ਵਰਕਸ਼ਾਪਸ ਕਰਨ ਦੀ, ਉਹ ਮੇਰੇ ਨਾਲ ਹੋਈ ਸੀ ਤੇ ਅਸੀਂ ਉਹ ਕਦਮ ਇਕੱਠੇ ਚੁੱਕਿਆ। ਪਰ ਡਾਕਟਰ ਸਾਹਿਬ ਨੇ ਨਾ ਸਿਰਫ ਵੈਨਕੂਵਰ ਦੇ ਵਿੱਚ, ਉਸ ਤੋਂ ਬਾਅਦ ਕੈਲਗਰੀ ਜਾ ਕੇ ਵੀ ਵਰਕਸ਼ਾਪ ਕੀਤੀਆਂ। ਕੁਝ ਉਹ ਤਜਰਬੇ ਜੇ ਆਪਣੇ ਸਾਂਝੇ ਕਰ ਸਕੋ। 2 ਤੁਹਾਡੇ ਵਿਜ਼ਨ ਸੀ ਮੈਨੂੰ ਯਾਦ ਆ। ਇੱਕ ਤੁਸੀਂ ਕਹਿੰਦੇ ਸੀ ਜਾਂ ਤਾਂ ਮੈਂ ਇੱਕ ਦਿਨ ਦੇ ਵਿੱਚ 2 ਇਕੱਠੇ ਨਾਟਕ ਕਰਨਾ ਚਾਹੁੰਦਾ, ਦੂਸਰਾ ਇਹ ਸੀ ਕਿ ਜਾਂ 2 ਦਿਨ ਲਗਾਤਾਰ ਵੱਖ-ਵੱਖ ਨਾਟਕ ਕਰਨਾ ਚਾਹੁੰਦਾ। ਤੇ ਉਹ ਡ੍ਰੀਮ ਤੁਹਾਡਾ ਪੂਰਾ ਹੋਇਆ।
ਥੋੜਾ ਸਾਡੇ ਸੁਣਨ ਵਾਲਿਆਂ ਨਾਲ ਸਾਂਝਾ ਕਰੋ। ਬਿਲਕੁਲ, ਮੈਨੂੰ ਏਦਾਂ ਸੀਗਾ ਕਿ ਸੰਮਾਂ ਵਾਲੀ ਡਾਂਗ ਤੇ ਲੱਚੂ ਕਬਾੜੀਆ ਇਹ ਅਸਲ ਦੇ ਵਿੱਚ ਇੱਕ ਦੂਜੇ ਨਾਲ ਖਹਿੰਦੇ ਨੇ, ਖਹਿੰਦੇ ਵੀ ਨੇ, ਜੁੜੇ ਵੀ ਹੋਏ, ਕੰਗੀ ਵੀ ਪੈਂਦੀ ਹੈ ਨਾ ਦੋਨਾਂ ਦੀ, ਹੈ ਨਾ। ਤੇ ਮੈਨੂੰ ਸੀ ਇੱਕੋ ਹੀ ਸਟੇਜ ਦੇ ਉੱਤੇ ਉਹੀ ਦਰਸ਼ਕ ਜੇ ਦੋਨੋਂ ਨਾਟਕ ਦੇਖਣਗੇ ਤਾਂ ਜ਼ਿਆਦਾ ਬਿਹਤਰ ਜਿਹੜਾ ਉਹਨਾਂ ਦਾ ਆਪਸੀ ਰਿਸ਼ਤਾ ਹੈ ਨਾ ਉਹ ਸਮਝ ਆ ਜਾਏਗਾ ਕਿ ਬਖਤਾਵਰ ਸਿੰਘ ਤੇ ਲక్ష్మణ ਸਿੰਘ ਦਾ ਆਪਸੀ ਰਿਸ਼ਤਾ ਕਿਹੋ ਜਿਹਾ ਹੈ, ਕਿੱਥੇ ਉਹ ਰਿਸ਼ਤਾ ਖਹਿੰਦਾ ਹੈ, ਕਿੱਥੇ ਫਿਰ ਬਰਾਬਰ ਤੁਰਨ ਦੀ ਗੱਲ ਕਰਦਾ ਹੈ। ਤਾਂ ਉਹ ਬਹੁਤ ਖੂਬਸੂਰਤ ਤਜਰਬਾ ਹੋਇਆ ਜਦੋਂ ਮੈਂ ਇਸ ਟੂਰ ਦਾ ਲਾਸਟ ਸ਼ੋਅ ਕੀਤਾ ਵਿਨੀਪੈਗ ਦੇ ਵਿੱਚ ਜੀ, ਤੇ ਉੱਥੇ ਲੋਕਾਂ ਨੇ ਦੇਖਿਆ, ਤਕਰੀਬਨ 400 ਦਰਸ਼ਕ ਸੀ। ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਅਕਸਰ ਸਾਡੇ ਮਨ ਦੇ ਵਿੱਚ ਖਦਸ਼ੇ ਪੈਦਾ ਹੋ ਜਾਂਦੇ ਆ ਕਿ ਲੋਕ ਕੀ ਇੰਨਾ ਹਜ਼ਮ ਕਰ ਸਕਣਗੇ ਜਾਂ ਲੋਕ ਇਕੱਠੇ ਇੰਨਾ ਟਾਈਮ ਕੱਢ ਸਕਣਗੇ ਇੱਕੋ ਦਿਨ। ਸੋ ਉਹ ਥੋੜਾ ਮੈਂ ਡਿਟੇਲ ਚ ਸੁਣਨਾ ਚਾਹੁੰਦੀ ਹਾਂ। ਅਸਲ ਚ ਇਹ ਸਾਡੇ ਨਾ ਖਦਸ਼ੇ ਜਿਹੜੇ ਬਹੁਤ ਸਾਰੇ ਹੁੰਦੇ ਆ, ਇਹ ਵੀ ਨਾ ਇੱਕ ਸੇਫ ਚੱਲਣ ਦੀਆਂ ਗੱਲਾਂ ਨੇ, ਬਹਾਨੇ ਨੇ, ਹਨਾ। ਕਿਸੇ ਟਾਈਮ ਕਿਹਾ ਜਾਂਦਾ ਸੀ ਕਿ ਜਿਹੜਾ ਪੰਜਾਬੀ ਪਿੰਡਾਂ ਦਾ ਦਰਸ਼ਕ ਹੈ ਉਹ ਤਾਂ ਜੀ ਐਨਾਲਿਟੀਕਲ ਗੱਲਾਂ ਨੂੰ ਸਮਝਦਾ ਨਹੀਂ, ਉਹ ਸੂਖਮ ਗੱਲ ਨਹੀਂ ਸਮਝਦਾ, ਉਹਨੂੰ ਤਾਂ ਸਥੂਲ ਗੱਲ, ਤੁਸੀਂ ਮੋਟੀ ਜੀ ਗੱਲ ਸਮਝਾਓ। ਇਹ ਗੱਲਾਂ ਖਤਮ ਹੋਈਆਂ, ਲੋਕ ਸਮਝਦੇ ਆ, ਮਨੋਵਿਗਿਆਨ ਨੂੰ ਵੀ ਸਮਝਦੇ ਆ, ਪਿੰਡਾਂ 'ਚ ਮਾਨਸਿਕ ਉਲਝਣਾਂ ਦਾ ਨਾਟਕ ਵੀ ਸਮਝਦੇ ਆ। ਏਦਾਂ ਹੀ ਲੋਕੀ ਨਹੀਂ ਥੱਕਦੇ ਲੋਕੀ ਕਦੋਂ ਹੈ ਜਦ ਤੁਸੀਂ ਥਕਾਉਨੇ ਹੋ, ਜਦੋਂ ਤੁਸੀਂ ਨਾਟਕ ਹਾਲੇ ਸ਼ੁਰੂ ਹੁੰਦਾ ਪੈਂਦਿਆਂ, ਤੁਸੀਂ ਸ਼ੁਰੂ ਹੁੰਦਿਆਂ ਸਾਰੀ ਪਾਇਆ ਨਿਕਲਦੇ ਹੋ ਕਿ ਫਟਾਫਟ ਕਾਲ ਕਰਦੇ ਹੋ ਕਿ ਮੇਰੇ ਨਾਟਕ ਦਾ ਮੈਸੇਜ ਆ ਹੈ। ਅੱਛਾ, ਤੁਸੀਂ ਆਉਂਦਿਆਂ ਸਾਰੀ ਸਟੇਜ ਤੇ ਚੜ੍ਹਦਿਆਂ ਸਾਰੀ ਨਾ ਪਹਿਲਾਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਕਿ ਮੇਰੇ ਨਾਟਕ ਦਾ ਮੈਸੇਜ ਆ ਹੈ। ਫਿਰ ਲੋਕੀ ਥੱਕ ਜਾਂਦੇ ਨੇ, ਅੱਕ ਵੀ ਜਾਂਦੇ ਨੇ ਲੋਕੀ। ਲੇਕਿਨ ਜੇ ਤੁਸੀਂ ਬਹੁਤ ਗ੍ਰੈਜੂਅਲੀ ਇੱਕ ਪ੍ਰੋਸੈਸ ਵਿੱਚ ਪਾ ਕੇ ਆਡੀਅנס ਨੂੰ ਵੀ ਇੱਕ ਪ੍ਰਕਿਰਿਆ 'ਚ ਪਾ ਲੈਂਦੇ ਹੋ ਕਿ ਨਾਟਕ ਸ਼ੁਰੂ ਹੁੰਦਾ, ਸਹਿੰਦੇ ਕੁਛ ਨਾਟਕ ਸ਼ੁਰੂ ਹੁੰਦਾ, ਜਿਵੇਂ ਪਲੇ ਰਾਈਟਿੰਗ ਦੀ ਵਰਕਸ਼ਾਪਸ ਤੁਹਾਡੇ ਨਾਲ ਮੈਂ ਹੈ ਨਾ ਸ਼ੇਅਰ ਕਰਦਾ ਰਿਹਾ ਕਿ ਜਦੋਂ ਨਾਟਕ ਸ਼ੁਰੂ ਹੋਵੇ ਤਾਂ ਸਿਰਫ ਥੀਮ ਦੀ ਇੱਕ ਫ੍ਰੈਗਰੈਂਸ ਜੀ ਆਣੀ ਚਾਹੀਦੀ ਹੈ, ਸਟੋਰੀ ਦੀ ਵੀ ਫ੍ਰੈਗਰੈਂਸ ਜੀ ਆਣੀ ਚਾਹੀਦੀ ਹੈ। ਇਹ ਨਾ ਹੋਵੇ ਸਾਰਾ ਕੁਝ ਸ਼ੁਰੂ 'ਚ ਖੋਲਿਆ ਫਿਰ ਤੇ ਅੱਕ ਜਾਣਗੇ। ਸੋ ਮੈਂ ਇਹਨਾਂ ਪਿਛਲੇ 5-6 ਸਾਲਾਂ ਦੇ ਵਿੱਚ ਹੈ ਨਾ ਉਸ ਲੈਵਲ ਤੇ ਪਹੁੰਚਾ ਸਕਿਆ ਆਪਣੇ ਆਪ ਨੂੰ ਜਿੱਥੇ ਮੇਰੇ ਨਾਟਕ ਦੀ ਤੋਰ ਜਿਹੜੀ ਉਹ ਸਹਿਜ ਚੱਲਦੀ ਹੈ। ਇਸੇ ਕਰਕੇ 1 ਘੰਟਾ 20 ਮਿੰਟ ਦਾ ਨਾਟਕ ਸੰਮਾਂ ਵਾਲੀ ਡਾਂਗ ਸੀ। ਲੋਕੀ ਨਾਲ ਜੁੜੇ, ਲੋਕੀ ਰੋਏ ਵੀ, ਚੁੱਪ ਵੀ ਰਹੇ, ਤਾੜੀਆਂ ਵੀ ਮਾਰੀਆਂ, ਸਾਰਾ ਕੁਝ ਕੀਤਾ। ਜਦੋਂ ਨਾਟਕ ਖਤਮ ਹੋਇਆ ਤੇ ਨਾਟਕ ਦੇ ਸ਼ੁਰੂਆਤ ਤੋਂ ਪਹਿਲਾਂ ਸਟੇਜ ਸੈਕਟਰੀ ਤੋਂ ਕਿਤੇ ਕਈ ਵਾਰੀ ਹੁੰਦੀ ਨਾ ਸਾਡੀ ਸ਼ਬਦਾਂ ਦੀ ਚੋਣ ਗਲਤ ਹੋ ਜਾਂਦੀ ਹੈ। ਉਹਨੇ ਕਿਤੇ ਸ਼ਬਦ ਦਿੰਦੇ ਆ, ਕਹਿੰਦਾ ਵੀ ਦੇਖੋ ਤੁਹਾਨੂੰ ਪਤਾ ਵੀ ਤੁਹਾਨੂੰ ਅੱਜ 2 ਨਾਟਕ ਦੇਖਣੇ ਪੈਣੇ ਆ। ਅੱਛਾ, ਤੇ ਸਾਹਿਬ ਸਿੰਘ ਨੂੰ 2 ਨਾਟਕ ਕਰਨੇ ਪੈਣੇ ਹੈ ਨਾ। ਤੇ ਮੈਂ ਜਦੋਂ ਨਾਟਕ ਸ਼ੁਰੂ ਕਰਨ ਲੱਗਾ ਤੇ ਮੈਂ ਇਹ ਅਨਾਉਂਸ ਕੀਤਾ ਕਿ ਥੋੜੀ ਜਿਹੀ ਗਲਤ ਅਨਾਉਂਸਮੈਂਟ ਹੋ ਗਈ ਹੈ। ਅੱਛਾ, ਮੈਂ ਆਪਣੇ ਵੱਲੋਂ ਤਾਂ ਗਰੰਟੀ ਦਿੰਦਾ ਕਿ ਮੈਨੂੰ ਪੈਣੇ ਨਹੀਂ ਹੈ, ਮੈਂ 4 ਨਾਲ ਕਰਨੇ ਆ ਤੇ ਤੁਸੀਂ ਡਿਸਾਈਡ ਕਰਨਾ ਕਿ ਤੁਹਾਨੂੰ ਦੇਖਣੇ ਪੈਣੇ ਆ ਜਾਂ ਤੁਸੀਂ 4 ਨਾਲ ਦੇਖਣੇ ਆ। ਇਹ ਜਦੋਂ 1 ਨਾਟਕ ਮੈਂ ਕਰ ਦੂੰਗਾ ਉਸ ਤੋਂ ਬਾਅਦ ਤੁਸੀਂ ਫੈਸਲਾ ਕਰੋਗੇ। ਜਦੋਂ 1 ਨਾਟਕ ਖਤਮ ਹੋਇਆ ਤੇ ਲੋਕਾਂ ਨੇ ਮੈਨੂੰ ਮੇਰੇ ਸ਼ਬਦ ਯਾਦ ਕਰਾਏ। ਅੱਛਾ, ਕਿ ਸਾਨੂੰ ਨਾਟਕ ਦੇਖਣਾ ਨਹੀਂ ਪਿਆ, ਅਸੀਂ ਬਹੁਤ 4 ਨਾਲ ਦੇਖਿਆ ਤੇ ਦੂਜਾ ਵੀ ਦੇਖ ਕੇ ਜਾਵਾਂਗੇ। ਲੋਕੀ ਮਤਲਬ ਮਾੜਾ ਮੋਟਾ ਇੱਧਰ ਉੱਧਰ ਗਏ, ਜਿੱਦਾਂ ਕਿਸੇ ਨੇ ਨਾ ਜਾਣਾ ਸੀ ਵਾਸ਼ਰੂਮ ਵਗੈਰਾ, ਮੁੜ ਕੇ ਆ ਕੇ ਲੋਕੀ ਬੈਠੇ ਔਰ ਅਖੀਰ 'ਚ ਫਿਰ ਮੈਨੂੰ ਮਿਲ ਕੇ ਗਏ। ਸੋ ਇੱਦਾਂ ਦੇ ਤਜਰਬੇ ਕਰਨੇ ਚਾਹੀਦੇ ਆ ਔਰ ਤਜਰਬੇ ਕਰਦਿਆਂ ਸਾਹਿਤ ਦੇ ਵਿੱਚ, ਕਲਾ ਦੇ ਵਿੱਚ ਸਾਨੂੰ ਨਾ ਤਾਂ ਡਰਨਾ ਚਾਹੀਦਾ, ਨਾ ਘਬਰਾਉਣਾ ਚਾਹੀਦਾ। ਲੇਕਿਨ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਪਣੇ ਪਾਠਕ ਤੇ ਆਪਣੇ ਦਰਸ਼ਕ ਦੇ ਉੱਤੇ ਇੱਕ ਭਰੋਸਾ ਰੱਖਣ ਦੀ ਬਹੁਤ ਲੋੜ ਹੈ। ਆਪਾਂ ਸੇਫ ਜ਼ੋਨ 'ਚ ਨਾ ਰਹੀਏ। ਅਕਸਰ ਪਹਿਲਾਂ ਵੀ ਗੱਲਾਂ ਚੱਲਦੀਆਂ ਰਹੀਆਂ ਕਿ ਵੀ ਫਿਲਮਾਂ ਆ ਗਈਆਂ, ਟੀਵੀ ਆ ਗਿਆ, ਥੀਏਟਰ, ਸਿਨੇਮਾ ਆ ਗਿਆ, ਸ਼ਾਇਦ ਥੀਏਟਰ ਖਤਮ ਹੋ ਜਾਊਗਾ, ਸਟੇਜ ਦੇ ਨਾਟਕ ਨਹੀਂ ਹੋਇਆ ਕਰਨਗੇ। ਪਰ ਉਹ ਸਭ ਕੁਝ ਮੇਰੇ ਖਿਆਲ ਹੋ ਰਿਹਾ, ਹੋਰ ਵੀ ਜ਼ਿਆਦਾ ਬਿਹਤਰ ਟੈਕਨੀਕਸ ਦੇ ਨਾਲ। ਉਹਦੇ ਲਈ ਤੁਹਾਨੂੰ ਆਪਣੇ ਆਪ ਤੇ ਕੰਮ ਜ਼ਿਆਦਾ ਕਰਨਾ ਪਊਗਾ, ਬਜਾਏ ਕਿ ਤੁਸੀਂ ਇਹ ਨੁਕਸ ਕੱਢੀ ਜਾਵੋ ਕਿ ਦਰਸ਼ਕ ਨਹੀਂ ਆ ਰਿਹਾ, ਦਰਸ਼ਕ ਨੇ ਟੁੱਟ ਜਾਣਾ ਜੁੜਨਾ। ਆਪਣੇ ਆਪ ਤੇ ਕੰਮ ਕਰੋ। ਸੋ ਸਮੇਂ ਦੇ ਨਾਲ ਅਲੋਪ ਹੋਣ ਵਾਲੀ ਚੀਜ਼ ਨਹੀਂ ਹੈ ਥੀਏਟਰ। ਨਹੀਂ, ਬਿਲਕੁਲ ਨਹੀਂ। ਅਲੋਪ ਤੇ ਉਹ ਹੋਊਗਾ ਨਾ ਜਿਹੜਾ ਕੰਮ ਨਹੀਂ ਕਰੂਗਾ, ਹਨਾ। ਜਿਵੇਂ ਕਹਿੰਦੇ ਨਾ ਕਿ ਸਰੀਰ ਦਾ ਉਹ ਅੰਗ ਅਲੋਪ ਹੋ ਜਾਂਦਾ ਜਿੱਥੋਂ ਤੁਸੀਂ ਕੰਮ ਨਹੀਂ ਲੈਂਦੇ, ਵੀ ਪੂਛ ਹੌਲੀ ਹੌਲੀ ਗਾਇਬ ਹੋ ਗਈ, ਜਿਵੇਂ ਹਨਾ ਕਿਤੇ ਐਵੋਲੂਸ਼ਨ। ਜਦੋਂ ਤੁਸੀਂ ਦਿਮਾਗ ਤੋਂ, ਦਿਲ ਤੋਂ, ਆਪਣੀ ਰਚਨਾ ਪ੍ਰਕਿਰਿਆ ਤੋਂ, ਆਪਣੇ ਅੱਖਰ ਜਿਹੜੇ ਤੁਹਾਡੇ ਅੰਦਰ ਇੰਨੇ ਪਏ ਉਹਨਾਂ ਤੋਂ, ਸ਼ਬਦਾਂ ਤੋਂ ਤੁਸੀਂ ਕੰਮ ਲੈਂਦੇ ਰਹੋਗੇ ਤਾਂ ਨਹੀਂ। ਪਰ ਤੁਹਾਨੂੰ ਇਨੋਵੇਟਿਵ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਮਾਜ ਦੀ ਜਿਹੜੀ ਸਪੀਡ ਹੈ ਉਹ ਨਿੱਤ ਬਦਲਦੀ ਹੈ ਨਾ। ਬਿਲਕੁਲ, ਲੋਕਾਂ ਦਾ ਉੱਠਣ ਬੈਠਣ, ਚੱਲਣ, ਗੱਲ ਕਰਨ, ਸਪੀਡ ਵਧੀ ਹੋਈ ਹੈ ਲੋਕਾਂ ਦੀ। ਤੇ ਉਸ ਸਪੀਡ ਨੂੰ ਸਮਝਦੇ ਹੋਇਆ ਆਪਣੀ ਸਪੀਡ ਵਧਾਉਣ ਦੀ ਲੋੜ ਨਹੀਂ ਹੈ। ਤੁਹਾਨੂੰ ਇਹੋ ਜਿਹੇ ਤਰੀਕੇ ਇਜਾਦ ਕਰਨ ਦੀ ਲੋੜ ਹੈ ਕਿ ਤੁਸੀਂ ਲੋਕਾਂ ਨੂੰ ਸਹਿਜ ਕਿੱਦਾਂ ਕਰਨਾ। ਐਗਜ਼ੈਕਟਲੀ, ਕਿ ਸਪੀਡ 'ਚ ਦੌੜੇ ਭੱਜੇ ਫਿਰਦੇ ਲੋਕ ਜਿਹੜੇ ਹੈ ਨਾ ਲਾਟਾਂ 'ਚ ਦੌੜੇ ਫਿਰਦੇ ਆ। ਇੱਥੇ ਬਹੁਤ ਗੱਲਾਂ ਹੁੰਦੀਆਂ, ਤੇਰੀ ਲਾਟ ਕਿੱਡੀ, ਮੇਰੀ ਲਾਟ ਕਿੱਡੀ, ਮੈਂ ਹੁਣ 1 ਲਾਟ ਹੋਰ ਲਈ ਦੀ ਐਡੀ ਵੱਡੀ। ਜਦੋਂ ਇਦਾਂ ਦੀਆਂ ਦੌੜਾਂ 'ਚ ਭੱਜੇ ਹੋਏ ਲੋਕਾਂ ਨੂੰ ਲਿਆ ਕੇ ਤੁਸੀਂ ਇਹ ਨਹੀਂ ਵੀ ਤੁਸੀਂ ਵੀ ਸਪੀਡ ਨਾਲ ਭੱਜ ਲਓ, ਫਿਰ ਨਹੀਂ ਗੱਲ ਬਣੇਗੀ। ਤੁਹਾਨੂੰ ਉਹਨਾਂ ਨੂੰ ਸਹਿਜ ਕਰਨ ਦਾ ਤਰੀਕਾ ਆਉਣਾ ਚਾਹੀਦਾ ਕਿ ਉਹ ਥੋੜੇ ਮਿੰਟਾਂ ਬਾਅਦ ਸਹਿਜ ਹੋ ਕੇ ਭੁੱਲ ਜਾਣ ਲਾਟਾਂ ਸ਼ਾਟਾਂ ਨੂੰ ਜਿੰਨੀਆਂ ਵੀ ਹੈਗੀਆਂ। ਤਾਂ ਗੱਲ ਜ਼ਿੰਦਗੀ ਦੀ ਕੋਈ ਗੱਲ ਤੁਰੇ ਹੈ ਨਾ, ਉਹ ਤੁਰੀ ਹੈ। ਇਹ ਸਾਰੇ ਟੂਰ ਦੇ ਤੁਰ ਰਹੀ ਹੈ। ਵਿਜ਼ਨ ਜਿਹੜਾ ਮੈਂ ਲੈ ਕੇ ਆਇਆ ਸੀ ਫਿਕਸ ਨਹੀਂ ਸੀ ਲੈ ਕੇ ਆਇਆ। ਮੈਨੂੰ ਮੋਟਾ ਇਹ ਸੀਗਾ ਕਿ ਮੈਂ 2022 'ਚ ਆਇਆ ਸੀ
ਤੇ ਜੇ ਮੈਂ 2023 ਚ ਆਇਆ ਤੇ ਗੱਲ ਅੱਗੇ ਤੁਰਨੀ ਚਾਹੀਦੀ ਹੈ, ਗੱਲ ਉੱਥੇ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਇਸੇ ਕਰਕੇ ਗੱਲ ਅੱਗੇ ਤੁਰੀ ਹੈ ਨਾ। ਜਦੋਂ ਸਰੀ ਚੋਂ ਇੱਥੇ ਸ਼ੁਰੂ ਹੋਇਆ ਕੰਮ, ਬਹੁਤ ਕੁਝ ਸਰੀ ਚ ਹੋਇਆ। ਵਰਕਸ਼ਾਪ ਵੀ ਹੋਈ, ਵਰਕਸ਼ਾਪ 'ਚ ਨਾਟਕ ਲਿਖਣਾ ਵੀ ਸਿਖਾਇਆ, ਲੋਕਾਂ ਨੇ ਸਿੱਖਿਆ ਵੀ, ਐਕਟਿੰਗ ਦੀ ਵੀ ਗੱਲਾਂ। ਲੇਕਿਨ ਉਸ ਤੋਂ ਬਾਅਦ ਜਿਹੜੀ ਨਿੱਕੀਆਂ ਨਿੱਕੀਆਂ ਮਿਲਣੀਆਂ ਹੋਈਆਂ, ਇੱਕ ਦਿਨ ਦੀਆਂ, ਕਿਤੇ ਕੋਈ ਸਮਾਗਮ ਅਟੈਂਡ ਕੀਤਾ, ਰੂਬਰੂ ਸਮਾਗਮ ਪੰਜਾਬ ਭਵਨ ਦੇ ਵਿੱਚ ਜਿਹੜਾ ਸੁੱਖੀ ਬਾਠ ਹੋਰਾਂ ਨੇ ਕੀਤਾ ਉਹ ਕੀਤਾ, ਜਾਂ ਬਲਦੇਵ ਬਾਠ ਹੋਰਾਂ ਦੇ ਜ਼ਿੰਦਗੀ ਦੇ ਰੂਬਰੂ ਉੱਥੇ ਗਏ। ਇਹ ਜਿਹੜਾ ਇਹ ਸਾਰਾ ਕੁਝ ਸੀਗਾ ਨਾ, ਮੇਰੇ ਵਾਸਤੇ ਆਲਵੇਜ਼ ਇਹ ਲੈਣ ਵਾਲੀ ਗੱਲ ਹੁੰਦੀ ਹੈ ਕਿ ਉਹਦੇ ਵਿੱਚੋਂ ਕੁਝ ਤੁਸੀਂ ਕੀ ਲੈ ਸਕਦੇ ਹੋ। ਜਦੋਂ ਤੁਸੀਂ ਲੈਣ ਵਾਲੀ ਗੱਲ ਹੈ ਕਿ ਤੁਸੀਂ ਸਾਰੇ ਚੋਂ ਇਕੱਠਾ ਕਰਦੇ, ਫਿਰ ਤੁਸੀਂ ਕੁਝ ਨਾ ਕੁਝ ਦਿੰਨੇ ਵੀ ਹੋ। ਤੇ ਜਿਹੜੇ ਪੁਰਾਣੇ ਸਿਆਣੇ ਹੁੰਦੇ ਸੀ, ਉਹ ਜਦੋਂ ਘਰੋਂ ਨਿਕਲਦੇ ਸੀ ਨਾ, ਰੋਟੀ ਬੰਨ ਲੈਂਦੇ ਹੁੰਦੇ ਸੀ ਪੱਲੇ। ਹੁਣ ਇੱਥੇ ਥੋੜੀ ਦੇਰ ਬਾਅਦ ਜਾ ਕੇ ਨਾ, ਮੁੰਡੇ ਰੁਕ ਜਾਓ, ਰੁਕ ਕੇ ਨਾ ਆਪਾਂ ਰੋਟੀ ਖਾ ਲਈਏ। ਅਸਲ 'ਚ ਉਹਨਾਂ ਦਾ ਮਕਸਦ ਸਿਰਫ ਰੋਟੀ ਖਾਣਾ ਨਹੀਂ ਸੀ ਹੁੰਦਾ, ਇਹ ਹੁੰਦਾ ਸੀ ਕਿ ਹੁਣ ਜਦੋਂ ਆਪਾਂ ਰੁਕ ਗਏ ਨਾ, ਥੋੜੀ ਦੇਰ ਰੁਕੋ, ਰੁਕ ਕੇ ਨਾਲੇ ਖਾਣਾ ਖਾਓ, ਨਾਲੇ ਆਪਣੀ ਊਰਜਾ ਸਰੀਰਕ ਵੀ ਲਓ, ਨਾਲੇ ਥੋੜਾ ਜਿਹਾ ਗੱਲਬਾਤ ਕਰੋ ਕਿ ਕੀ ਇਹ ਸਹੀ ਪਾਸੇ ਨੂੰ ਜਾ ਰਹੇ ਹੈ, ਰਸਤਾ ਤਾਂ ਨਹੀਂ ਭੁੱਲ ਗਏ, ਭਟਕ ਤਾਂ ਨਹੀਂ ਗਏ, ਦੁਬਾਰਾ ਦੇਖੋ ਵੀ ਸਹੀ ਰਸਤੇ ਜਾ ਰਹੇ ਹਾਂ। ਸੋ ਇਸ 2 ਮਹੀਨੇ ਦੇ ਟੂਰ ਦੇ ਦੌਰਾਨ ਜਦੋਂ ਮੈਂ ਸਰੀ 'ਚ ਪਹੁੰਚਿਆ ਸੀ ਤੇ ਮੈਂ ਚੀਜ਼ਾਂ ਨੂੰ ਚੈੱਕ ਕੀਤਾ ਕਿ ਇਹ ਜਿਹੜੀ ਇਹ ਜ਼ਿੰਦਗੀ ਹੈ, ਜਿਹੜੀ ਕੈਨੇਡਾ ਵਿੱਚ ਪੰਜਾਬੀਆਂ ਦੀ ਜ਼ਿੰਦਗੀ ਹੈ, ਕਿੱਦਾਂ ਦੀ ਹੈ। ਉਹਨੂੰ ਪੜ੍ਹਨ ਦੀ ਕੋਸ਼ਿਸ਼ ਕਰਦਾ ਰਿਹਾ, ਕੁਝ ਗੱਲਾਂ ਕਰਦਾ ਰਿਹਾ, ਕੁਝ ਚੀਜ਼ਾਂ ਸਮਝ ਆਉਣੀਆਂ ਸ਼ੁਰੂ ਹੋਈਆਂ, ਪਰ ਮੈਂ ਉੱਥੇ ਰੁਕਿਆ ਨਹੀਂ। ਫਿਰ ਜਦੋਂ ਇੱਥੋਂ ਮੈਂ ਕੈਲਗਰੀ ਗਿਆ, ਉਹ ਹੋਰ ਗਾਹਾਂ ਤੁਰਿਆ। ਫਿਰ ਮੈਨੂੰ, ਕਿਉਂਕਿ ਜਿੰਨੀਆਂ ਚੀਜ਼ਾਂ ਇੱਥੇ ਸਮਝ ਆ ਗਈਆਂ ਸੀ ਉਹ ਮੈਂ ਸਮੇਟ ਕੇ ਆਪਣੇ ਕੋਲ ਸੰਭਾਲ ਲਈਆਂ, ਪਰ ਮੈਨੂੰ ਸੀ ਜਿਵੇਂ ਇੱਥੇ ਰੁਕ ਗਿਆ, ਮੈਨੂੰ ਇਹ ਲੱਗਣ ਲੱਗ ਪਿਆ ਕਿ ਹਾਂ ਮੈਂ ਸਮਝ ਗਿਆ ਸਾਰਾ ਕੁਝ, ਫਿਰ ਗੜਬੜ ਹੋ ਜਾਣੀ ਹੈ। ਫਿਰ ਮੈਂ ਉੱਥੇ ਜਦੋਂ ਕੈਲਗਰੀ 'ਚ ਬੈਠਿਆ ਹੈ ਨਾ, ਕੈਲਗਰੀ ਬੈਠ ਕੇ ਮੈਂ ਉਹਨਾਂ ਨੂੰ ਕਿਹਾ ਕਿ ਹਾਂ, ਉਹ ਕਹਿੰਦੇ ਸਾਨੂੰ ਨਾਟਕ ਤਿਆਰ ਕਰਾਓ। ਸੋ ਵਰਕਸ਼ਾਪ ਦਾ ਸਿਲਸਿਲਾ ਸ਼ੁਰੂ ਹੋ ਗਿਆ। ਵਰਕਸ਼ਾਪ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇੱਕ ਛੋਟੀ ਜਿਹੀ ਵਰਕਸ਼ਾਪ ਇੱਥੇ ਕੀਤੀ ਸੀ, ਇੱਕ ਉੱਥੇ ਵਰਕਸ਼ਾਪ ਕੀਤੀ। ਮੈਨੂੰ ਇੰਨਾ ਪਤਾ ਕਿ ਉਸ ਵਰਕਸ਼ਾਪ ਦੇ ਵਿੱਚ ਮੈਂ ਵੀ ਸ਼ਾਮਿਲ ਸੀ ਤੇ ਉਹ ਵਰਕਸ਼ਾਪ ਦੇ ਵਿੱਚ ਮੈਂ ਤੁਹਾਡੇ ਕੋਲੋਂ ਸਿੱਖਿਆ ਵੀ ਬਹੁਤ ਕੁਝ। ਪਰ ਜਿਹੜੀ ਕੈਲਗਰੀ ਵਾਲੀ ਵਰਕਸ਼ਾਪ ਸੀ, ਉਹਦੇ ਤੋਂ ਥੋੜਾ ਜਿਹਾ ਇਹ ਹੋ ਰਿਹਾ ਸੀ ਕਿ ਵੀ ਮੈਂ ਉੱਥੇ ਜਾ ਕੇ ਦੇਖ ਸਕਾਂ। ਮੇਰੀ ਕੋਸ਼ਿਸ਼ ਸੀ ਪਰ ਮੈਂ ਆ ਨਹੀਂ ਸਕੀ। ਫੇਸਬੁੱਕ ਤੇ ਕਾਫੀ ਪਿਕਚਰਸ ਦੇਖੀਆਂ, ਮੈਂ ਉਸ ਨਾਟਕ ਬਾਰੇ ਪੜ੍ਹਿਆ ਜਿਹੜਾ ਕਿ ਉੱਥੇ ਤੁਸੀਂ ਤਿਆਰ ਕਰਵਾਇਆ। ਉਹ ਜਿਹੜਾ ਪ੍ਰੋਸੈਸ ਸੀ ਕਿਹੋ ਜਿਹਾ ਸੀ, ਕਿੰਨੇ ਕੁ ਆਰਟਿਸਟ ਸੀ ਤੇ ਕੀ ਕੁਝ ਉਹਨਾਂ ਨੇ ਕੀਤਾ, ਕੀ ਕੁਝ ਤੁਸੀਂ ਉਹਨਾਂ ਕੋਲੋਂ ਕਰਵਾ ਸਕੇ? ਬਿਲਕੁਲ, ਬਹੁਤ ਇਹ ਖੂਬਸੂਰਤ ਪ੍ਰੋਸੈਸ ਸੀ। ਮੈਂ ਜ਼ਰੂਰ ਗੱਲ ਕਰਨਾ ਚਾਹੁੰਦਾ ਕਿ ਜਦੋਂ ਮੈਂ ਕੈਲਗਰੀ ਪਹੁੰਚਿਆ ਨਾ, ਤੇ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਨਾਟਕ ਤਿਆਰ ਕਰਾਓ, ਕਰਾਓ ਕੈਨੇਡਾ ਦੀ ਜ਼ਿੰਦਗੀ ਦੇ ਉੱਤੇ, ਤੇ ਤੁਸੀਂ ਨਾਟਕ ਜਾਂ ਤਾਂ ਲਿਖ ਲਓ ਜਾਂ ਇੰਪਰੋਵਾਈਜ਼ ਜਿੱਦਾਂ ਵੀ ਕਰਨਾ ਹੈ ਨਾ। ਤੇ ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਵੀ ਮੈਂ 2-3 ਦਿਨ ਤੇ ਤੁਹਾਡੇ ਨਾਲ ਗੱਲਾਂ ਕਰੂੰਗਾ। ਤੇ ਮੈਂ ਪਹਿਲੇ ਦਿਨ ਹੀ, ਮੈਂ ਜਿਸ ਦਿਨ ਗਿਆ ਇੱਥੋਂ ਪਹੁੰਚਿਆ 2 ਤਰੀਕ ਨੂੰ, ਉਸ ਦਿਨ 2 ਘੰਟਾ ਉਹਨਾਂ ਨਾਲ ਗੱਲਾਂ ਕੀਤੀਆਂ ਬਿਠਾ ਕੇ, ਉਹਨਾਂ ਦੀਆਂ ਸੁਣੀਆਂ। ਸ਼ੁਰੂ ਜੋ ਵੀ ਮੈਂ ਕਰਨਾ ਚਾਹੁੰਦਾ ਹੁੰਦਾ ਉਹ ਮੈਂ ਉਹਨਾਂ ਨਾਲ ਕੀਤਾ। ਅਗਲੇ ਦਿਨ ਗਿਆ, ਮੈਂ ਫੇਰ ਗੱਲਾਂ ਕੀਤੀਆਂ। ਫਿਰ ਜਦ ਮੈਂ ਤੀਸਰੇ ਦਿਨ ਗਿਆ, ਫਿਰ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਤੁਹਾਨੂੰ ਐਂ ਤਾਂ ਨਹੀਂ ਲੱਗਦਾ ਵੀ ਯਾਰ ਇਹ ਭਾਈ ਗੱਲਾਂ ਹੀ ਪਤਾ ਨਹੀਂ ਕਰਨ ਆਇਆ ਹੈ ਨਾ, ਵੀ ਇਹ ਕਰ ਤਾਂ ਕੁਛ ਰਿਹਾ ਨਹੀਂ? ਤੇ ਕਹਿੰਦੇ ਨਹੀਂ, ਸਾਨੂੰ ਇਦਾਂ ਮਹਿਸੂਸ ਨਹੀਂ ਹੋ ਰਿਹਾ, ਸਾਨੂੰ ਨਾ ਕੁਝ ਵੱਖਰਾ ਜਿਹਾ ਅਨੁਭਵ ਹੋ ਰਿਹਾ ਵੀ ਕੋਈ ਗੱਲ ਸੁਣੀ ਜਾ ਰਹੀ ਹੈ ਸਾਡੀ, ਹੈ ਨਾ, ਸਾਨੂੰ ਕੁਝ ਡਿਕਟੇਟ ਨਹੀਂ ਕੀਤਾ ਜਾ ਰਿਹਾ। ਫਿਰ ਅਸੀਂ 3 ਦਿਨਾਂ ਬਾਅਦ ਕੁਝ ਕਹਾਣੀਆਂ ਇਕੱਠੀਆਂ ਕੀਤੀਆਂ, ਜਿਹਦੇ ਵਿੱਚ ਇੰਟਰਸਟਿੰਗ ਗੱਲ, ਕਿਉਂਕਿ ਹੁਣ ਤਾਂ ਮੈਂ ਉਸ ਨਾਟਕ ਨੂੰ ਖੋਲ ਸਕਦਾ, ਉਸ ਨਾਟਕ ਦੀ ਗੱਲ ਪੇਸ਼ ਹੋ ਚੁੱਕਾ। ਕਿਉਂਕਿ ਇੱਕ ਲੜਕੀ ਨੇ ਕਹਾਣੀ ਸੁਣਾਈ, ਉਹਨੇ ਕਿਹਾ ਕਿ ਇੱਕ ਬੰਦਾ 70-71 ਸਾਲ ਦਾ ਬੰਦਾ ਹੈ ਨਾ, ਉਹਨੂੰ ਘਰਦਿਆਂ ਨੇ ਕਿਹਾ ਕਿ ਤੈਨੂੰ ਅਸੀਂ ਨਰਸਿੰਗ ਹੋਮ ਭੇਜ ਦੇਣਾ, ਅਸੀਂ ਨਹੀਂ ਟੇਕ ਕੇਅਰ ਕਰ ਸਕਦੇ ਤੇਰੀ, ਹੈ ਨਾ, ਕੀ ਕਰੀਏ, ਪ੍ਰੋਬਲਮ 'ਚ ਆ ਅਸੀਂ, ਹੈ ਨਾ। ਉਹਨੇ ਰਿਐਕਟ ਕੀਤਾ ਇਸ ਗੱਲ ਤੇ, ਕਰਨਾ ਹੀ ਸੀ, ਪਰ ਅਲਟੀਮੇਟਲੀ ਉਹਨੂੰ ਜਾਣਾ ਪੈ ਗਿਆ ਨਰਸਿੰਗ ਹੋਮ। ਹੁਣ ਉਹ ਗਿਆ, ਹੁਣ ਉਹ ਕੁੜਤਾ ਪਜਾਮਾ ਪਾਉਂਦਾ ਸੀ, ਪੱਗ ਬੰਨ੍ਹਦਾ ਸੀ, ਸਿਰ ਤੇ ਦਾੜੀ ਸੀ ਵੱਡੀ, ਹੈ ਨਾ, ਪੰਜਾਬੀ ਪਹਿਰਾਵਾ ਸਾਰਾ ਕੁਝ। ਹੁਣ ਉੱਥੇ ਸਮੱਸਿਆ ਆਈ ਕਿ ਉੱਥੇ ਸਾਰੇ ਗੋਰੇ-ਗੋਰੀਆਂ ਸੀਗੇ, ਇਹ ਸੱਚੀ ਘਟਨਾ, ਮਤਲਬ ਹੋਰ ਕੋਈ ਪੰਜਾਬੀ ਨਹੀਂ ਸੀ। ਇੱਕ ਤਾਂ ਉਹਨੂੰ ਇੰਗਲਿਸ਼ ਨਾ ਬੋਲਣੀ ਆਵੇ, ਲੋਕਾਂ ਨਾਲ ਗੱਲ ਕਿੱਦਾਂ ਕਰੇ, ਇੱਕ ਉਹਦਾ ਪਹਿਰਾਵਾ ਕਰਕੇ ਥੋੜਾ ਜਿਹਾ ਸਾਰੇ ਉਹਦੇ ਵੱਲ ਘੂਰਨ, ਹੈ ਨਾ, ਹੋਰੂ ਜਿਹਾ ਤੱਕਣ। ਤੇ ਉੱਥੇ 2 ਕੁੜੀਆਂ ਸੀ, ਜਿਹੜੀ ਕੁੜੀ ਸੁਣਾ ਰਹੀ ਸੀ, ਸ਼ੀ ਇਜ਼ ਅ ਨਰਸ। ਉਹ ਕਹਿੰਦੀ ਮੈਂ ਉੱਥੇ ਹੀ ਸੀ, ਹੈ ਨਾ। ਕਹਿੰਦੀ ਫਿਰ ਅਸੀਂ ਗੱਲਾਂ ਕਰਨੀ ਸ਼ੁਰੂ ਕੀਤੀਆਂ ਵੀ ਬਾਪੂ ਜੀ ਤੁਸੀਂ ਕੀ ਗੱਲ ਹੈ ਨਾ ਇੱਦਾਂ ਰਹਿੰਦੇ ਹੋ। ਉਹਨੇ ਫਿਰ ਦੱਸਿਆ ਵੀ ਮੇਰੀ ਪ੍ਰੋਬਲਮ ਹੈ, ਮੇਰੇ ਵੱਲ ਨੂੰ ਹੋਰੂ ਝੱਕਦੇ ਨੇ ਤੇ ਦੂਜੇ ਮੇਰੇ ਨਾਲ ਗੱਲ ਨਹੀਂ ਕਰਦੇ। ਉਹ ਕਹਿੰਦੇ ਵੀ ਅਸੀਂ ਤੁਹਾਨੂੰ ਮਾੜੀ ਮੋਟੀ ਅੰਗਰੇਜ਼ੀ ਸਿਖਾਉਂਦੇ ਜਾਂ ਕੁਛ ਹੈ। ਲੇਕਿਨ ਅਲਟੀਮੇਟਲੀ ਗੱਲ ਨੂੰ ਸ਼ਾਰਟ ਕਰਾਂ, ਉਹਨਾਂ ਨੇ ਇੱਕ ਦਿਨ ਕਿਹਾ ਵੀ ਤਰੀਕਾ ਕੱਢੀਏ ਬਾਪੂ ਜੀ, ਵੀ ਤੁਸੀਂ ਇੱਦਾਂ ਕਰੋ, ਆਪਾਂ ਨਾ ਤੁਹਾਡੇ ਸਿਰ ਤੇ ਨਾ ਹੈਟ ਦੇ ਦੇਣਾ, ਤੁਸੀਂ ਪੱਗ ਲਾ ਦਿਓ। ਹੁਣ ਉਸ ਗੱਲ ਲਈ ਪਹਿਲਾਂ ਤਾਂ ਕਿੰਨੇ ਦਿਨ ਲੱਗੇ, ਉਹਨੂੰ ਕਹਿੰਦੀ ਪੱਗ ਨਹੀਂ ਮੈਂ ਲਾਣੀ, ਉਹਨੇ ਕੁਛ ਨਹੀਂ ਹੁੰਦਾ, ਸਿਰ ਢੱਕ ਕੇ ਰੱਖਣਾ। ਫਿਰ ਤਾਂ ਕੁੜਤੇ ਪਜਾਮੇ ਜਗ੍ਹਾ ਉਹਨੂੰ ਲੋਅਰ ਟੀ-ਸ਼ਰਟ ਵਗੈਰਾ ਉੱਦਾਂ ਦੀ ਪਵਾਤੀ, ਥੋੜਾ ਜਿਹਾ ਉਹਨੂੰ ਕੀਤਾ, ਮਿਕਸਅਪ ਕੀਤਾ। ਇਹ ਸਟੋਰੀ ਸੁਣਾਈ ਜਾਂ ਖਤਮ ਹੋਈ ਸਟੋਰੀ, ਇੱਕ ਹੋਰ ਕੁੜੀ ਬੈਠੀ ਸੀ, ਉਹ ਕਹਿੰਦੀ ਹੁਣ ਮੈਂ ਇਸ ਤੋਂ ਬਿਲਕੁਲ ਹੀ ਆਪੋਜ਼ਿਟ ਕਹਾਣੀ ਸੁਣਾਣੀ ਤੁਹਾਨੂੰ। ਉਹ ਕਹਿੰਦੀ ਇਹ ਹੈ ਕਿ ਸੇਮ ਏਜ ਦਾ ਬੰਦਾ ਜਿਹੜਾ ਕਿ ਪਹਿਲਾਂ ਆਇਆ ਸੀ ਵਾਈਫਾਈ, ਬਾਅਦ ਚ ਬੱਚੇ ਹੋਏ, ਉਹਨੂੰ ਇੱਕ ਦਿਨ ਜਾਨੀ ਹੌਲੀ-ਹੌਲੀ, ਇੱਕ ਦਿਨ ਚ ਨਹੀਂ, ਘਰ ਦੇ ਵਿੱਚ ਨਾ ਤੰਗੀ ਜਿਹੀ ਆਉਣੀ ਸ਼ੁਰੂ ਹੋ ਗਈ ਕਿ ਬੱਚੇ ਮੇਰੀ ਗੱਲ ਸੁਣਦੇ ਨਹੀਂ, ਸਮਝਦੇ ਨਹੀਂ, ਖਾਸ ਤੌਰ ਤੇ 3rd ਜਨਰੇਸ਼ਨ ਕਿ ਕੁੜੀ ਨਾ ਬੜੇ ਘੱਟ ਪਾਏ ਹੋਏ ਆ, ਇਦਾਂ ਦੀ ਲੜਾਈਆਂ ਘਰ ਸ਼ੁਰੂ ਹੋਣੀਆਂ ਹੋਈਆਂ। ਜਦੋਂ ਮਾਂ-ਬਾਪ ਨੇ ਵੀ ਕਹਿ ਦਿੱਤਾ ਵੀ ਤੂੰ ਕਿਉਂ ਟੋਕਦਾ ਭਾਈ, ਤੂੰ ਐਵੇਂ ਟੋਕੀ ਜਾਂਦਾ ਘਰ ਦੇ ਵਿੱਚ, ਤੂੰ ਹੈ ਨਾ ਵਾਧੂ ਦੀ ਗੱਲ ਹੈ। ਉਹ ਕਹਿੰਦਾ ਫਿਰ ਠੀਕ ਆ, ਓਕੇ, ਵੀ ਜੇ ਇਦਾਂ ਨਾ ਇਦਾਂ ਸਾਰਾ ਕੁਝ ਮੇਰੇ ਨਾਮ ਹੈ,
ਮੈਂ ਲੱਗਾ ਵੇਚਣ ਵੱਟ ਕੇ ਮੈਂ ਚੱਲਿਆ ਪਿੰਡ, ਤੁਸੀਂ ਖਾਓ ਧੱਕੇ ਇਹਦੇ ਬੱਸਾਂ ਦੇ ਵਿੱਚ ਜਿੱਦਾਂ ਮਰਜ਼ੀ। ਹੁਣ ਇਹ ਦੋ ਸਟੋਰੀਆਂ ਮੈਨੂੰ ਲੱਗਾ ਵੀ ਇਹ ਦੋ ਸਟੋਰੀਜ਼ ਨੇ, ਦੋਨੋਂ ਟਕਰਾ ਰਹੀਆਂ ਆਪਸ ਦੇ ਵਿੱਚ। ਓਕੇ। ਤੇ ਨਾਟਕ ਵਾਸਤੇ ਟੱਕਰ ਹੀ ਚਾਹੀਦੀ ਹੁੰਦੀ ਹੈ, ਕਨਫਲਿਕਟ ਚਾਹੀਦਾ ਹੁੰਦਾ ਹੈ ਨਾ। ਮੈਂ ਕਿਹਾ ਠੀਕ ਹੈ ਫਿਰ ਆਪਾਂ ਇਸ ਤੇ ਕਰਦੇ ਹਾਂ। ਫਿਰ ਹੋਰ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਫਿਰ ਜਿਹੜੇ ਯੰਗ ਕਿਡਸ ਸੀਗੇ 9 10 11 ਸਾਲ ਦੇ, ਉਹ ਵੀ ਵਰਕਸ਼ਾਪ 'ਚ ਹੈਗੇ ਸੀ। ਅੱਛਾ। ਉਹਨਾਂ ਦੀਆਂ ਗੱਲਾਂ ਸੁਣੀਆਂ, ਉਹਨਾਂ ਬਾਰੇ ਪੇਰੈਂਟਸ ਤੋਂ ਗੱਲਾਂ ਸੁਣੀਆਂ। ਜਿਹੜੇ ਕੁਝ ਗੱਲਾਂ ਉਹਨਾਂ ਬਹੁਤ ਖੂਬਸੂਰਤ ਆਈਆਂ ਕਿ ਬੱਚੇ ਕਹਿੰਦੇ ਯਾਰ ਘਰੇ ਨਾ ਜਦੋਂ ਗੈਸਟ ਆਉਂਦਾ ਤੁਹਾਡੀ ਟੋਨ ਬਦਲ ਜਾਂਦੀ ਹੈ, ਤੁਸੀਂ ਘਰ ਏਦਾਂ ਦਿਖਾਣੇ ਜਿੱਦਾਂ ਮਿਊਜ਼ੀਅਮ ਦਿਖਾ ਰਹੇ ਹੋ, ਹੈ ਨਾ। ਫਿਰ ਸਾਨੂੰ ਬਹੁਤ ਬੁਰਾ ਲੱਗਦਾ ਕਿਉਂਕਿ ਉਹ ਫੇਕ ਜੀ ਗੱਲ ਨਹੀਂ ਕਰਨਾ ਚਾਹਦੇ। ਇਦਾਂ ਦੀਆਂ ਕਿੰਨੀਆਂ ਗੱਲਾਂ ਸੀ। ਫਿਰ ਉਹ ਚੰਗੀ ਤਰ੍ਹਾਂ ਸਫਾਈ ਕੀਤੀ ਹੋਏ ਪੁੱਛਦੇ ਆ ਬੱਚੇ, ਕਹਿੰਦੇ ਵੀ ਅੱਜ ਕਿਹਨੇ ਆਉਣਾ, ਵੀ ਅੱਜ ਕਿਹਨੇ ਆਉਣਾ। ਵੀ ਜਾਂ ਕਹਿੰਦੇ ਵੀ ਤੁਸੀਂ ਦਿਖਾਣੇ ਵੀ ਆਹ ਦੇਖੋ ਸਾਡਾ ਮਾਸਟਰ ਬੈਡਰੂਮ ਹੈ, ਆਹ ਬੈਡਰੂਮ ਆਹ ਸਾਡਾ ਲਿਵਿੰਗ ਰੂਮ ਹੈ, ਆਹ ਪਿੱਛੇ ਲੌਨ ਹੈ, ਐਡੀ ਵੱਡੀ ਸਾਡੀ ਲਾਟ ਹੈ। ਕਹਿੰਦੇ ਤੁਸੀਂ ਸਾਰਾ ਕੁਝ ਇਹ ਕਰਦੇ ਤੇ ਸਾਨੂੰ ਲੱਗਦਾ ਸਡਨਲੀ ਤੁਸੀਂ ਉਹ ਨਹੀਂ ਰਹੇ ਜਿਹੜੇ ਤੁਸੀਂ ਹੁਣੇ ਸੀ ਥੋੜੀ ਦੇਰ ਪਹਿਲਾਂ। ਇਦਾਂ ਦੀਆਂ ਕਿੰਨੀਆਂ ਗੱਲਾਂ ਉਹਨਾਂ ਨੇ ਕੀਤੀਆਂ। ਸੋ ਮੈਨੂੰ ਲੱਗਾ ਕਿ ਨਹੀਂ ਨਾਟਕ ਇਹਦੇ 'ਚ ਹੈਗਾ। ਫਿਰ ਮੈਂ ਉਹ 40-42 ਮਿੰਟ ਦਾ ਨਾਟਕ ਲਿਖਿਆ। ਮੈਂ ਰੋਜ਼ ਥੋੜਾ ਜਿਹਾ ਲਿਖ ਲੈਂਦਾ ਸੀ, ਸ਼ਾਮੀ ਉਹਨਾਂ ਨੂੰ ਤਿਆਰ ਕਰਾਂਦਾ ਸੀ, ਫਿਰ ਲਿਖਦਾ ਸੀ। ਹਫ਼ਤੇ ਦੇ ਵਿੱਚ ਅਸੀਂ ਨਾਟਕ ਦਾ ਢਾਂਚਾ ਖੜਾ ਕਰ ਲਿਆ ਸੀ। ਅੱਛਾ। ਫਿਰ ਉਹ ਨਾਟਕ ਦਾ ਮਤਲਬ ਜਿਹੜੀ ਟੀਮ ਸੀ 14 ਜਣੇ ਸੀ ਉਸ ਟੋਟਲ, 16-17 ਜਣੇ ਸੀ, ਪਰ ਅਲਟੀਮੇਟਲੀ ਜਿਹੜੀ ਟੀਮ ਬਣੀ ਫਾਈਨਲ ਉਹ 14 ਜਣੇ ਦੀ ਸੀ, ਜਿਸ 'ਚ ਮੈਂ ਵੀ ਇੱਕ ਕੈਮੀਓ ਰੋਲ ਕੀਤਾ। ਉਹ ਜਿਹੜੇ ਕਲਾਕਾਰ ਸੀ, ਜਿਹੜਾ ਉਹਨਾਂ ਵੱਲੋਂ ਰਿਸਪੌਂਸ ਸੀ ਨਾ, ਉਹ ਬਹੁਤ ਕਮਾਲ ਸੀ। ਉਹ ਕਹਿੰਦੇ ਵੀ ਕੁਛ ਉਹਨਾਂ 'ਚ ਕਲਾਕਾਰ ਹੈਗੇ ਜਿਹੜੇ 13-14 ਸਾਲ ਤੋਂ ਕਰ ਰਹੇ ਆ। ਕਿਉਂਕਿ ਸਾਨੂੰ ਬਹੁਤ ਹੀ ਤਾਜ਼ਗੀ ਵਾਲਾ ਅਹਿਸਾਸ ਹੋ ਰਿਹਾ ਕਿ ਬਿਲਕੁਲ ਹੀ ਕੋਈ ਅਲੱਗ ਸਾਨੂੰ ਭਾਸ਼ਾ ਸੁਣਨ ਨੂੰ ਮਿਲ ਰਹੀ ਹੈ, ਜਿਹੜੀ ਕਿ ਬਿਲਕੁਲ ਸਰਲ ਭਾਸ਼ਾ ਆ ਤੇ ਜਿਹਦੇ ਵਿੱਚ ਭਾਰੇ ਸ਼ਬਦ ਹੈ ਨਹੀਂਗੇ, ਲੇਕਿਨ ਗੱਲਾਂ ਬਹੁਤ ਵਜ਼ਨਦਾਰ ਜਿਹੀਆਂ ਸਾਨੂੰ ਲੱਗ ਰਹੀਆਂ। ਤੇ ਇੱਕ ਕੁੜੀ ਜਿਹੜੀ ਉਹਨਾਂ ਵਿੱਚ ਮੇਨ ਸੀ, ਉਹ ਕਹਿੰਦੀ ਮੈਂ ਇੰਨੇ ਸਾਲਾਂ ਤੋਂ ਕਰਦੀ ਹਾਂ ਪਰ ਮੈਂ ਰਿਹਰਸਲ 'ਚ ਕਦੇ ਰੋਈ ਨਹੀਂ ਸੀ। ਸ਼ੋਅ ਤੇ ਤਾਂ ਰੋ ਲੈਂਦੀ ਸੀ, ਮੈਨੂੰ ਰਿਹਰਸਲ 'ਚ ਨਹੀਂ ਸੀ ਰੋਣਾ ਆਉਂਦਾ। ਹੁਣ ਮੈਨੂੰ ਰੋਜ਼ ਰਿਹਰਸਲ 'ਚ ਵੀ ਰੋਣਾ ਆ ਰਿਹਾ ਵੀ ਮੈਨੂੰ ਮਹਿਸੂਸ ਹੋ ਰਿਹਾ ਵੀ ਕਿਤੇ ਚੀਜ਼ ਟੱਚ ਕਰ ਰਹੀ ਹੈ। ਸੋ ਬਹੁਤ ਖੂਬਸੂਰਤ ਤਜਰਬਾ ਹੋਇਆ। ਉਹ ਜਦੋਂ 40 ਮਿੰਟ ਦਾ ਨਾਟਕ ਕੀਤਾ, ਮੈਂ ਦਰਸ਼ਕਾਂ ਨੂੰ ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਇੱਕੋ ਬੇਨਤੀ ਕੀਤੀ। ਮੈਂ ਕਿਹਾ ਵੀ ਦੇਖੋ, ਮੇਰਾ ਇੱਕ ਟੀਚਰ ਸਿਆਣਾ ਉਹ ਇਹ ਕਹਿੰਦਾ ਹੁੰਦਾ ਸੀ ਵੀ ਜਦੋਂ ਤੁਸੀਂ ਐਗਜ਼ਾਮੀਨੇਸ਼ਨ ਹਾਲ 'ਚ ਜਾਓ ਨਾ, ਪ੍ਰਸ਼ਨ ਪੱਤਰ ਜੋ ਤੁਹਾਡੇ ਸਾਹਮਣੇ ਆਉਂਦਾ, ਪਹਿਲਾਂ ਉਹਨੂੰ ਸਾਰੇ ਨੂੰ ਪੜ੍ਹਿਆ ਕਰੋ, ਫਿਰ ਦੇਖਿਆ ਕਰੋ ਸੌਖਾ ਆਨਸਰ ਕਿਹਦਾ ਹੋ ਸਕਦਾ। ਪਹਿਲਾਂ ਉਹ ਦਿਆ ਕਰੋ ਵੀ ਇਹ ਨਾ ਹੋਵੇ ਪਹਿਲੇ ਚੁੱਕਿਆ ਪਹਿਲੇ ਉਹਦਾ ਆਨਸਰ ਦੇਣ ਲੱਗ ਪਓ। ਤੇ ਮੈਂ ਕਿਹਾ ਅੱਜ ਜਿਹੜਾ ਨਾਟਕ ਤੁਹਾਡੇ ਸਾਹਮਣੇ ਹੋਣਾ ਨਾ, ਇਹ ਸਮਝ ਲਓ ਤੁਹਾਡੇ ਲਈ ਇੱਕ ਪ੍ਰਸ਼ਨ ਪੱਤਰ ਹੋਣਾ। ਔਖੇ ਸਵਾਲ ਵੀ ਹੋਣਗੇ, ਇੱਕਦਮ ਜਵਾਬ ਦੇਣ ਦੀ ਕੋਸ਼ਿਸ਼ ਨਾ ਕਰਿਓ। ਅੱਛਾ। ਇਸ ਪ੍ਰਸ਼ਨ ਪੱਤਰ ਨੂੰ ਲੈ ਜਾਇਓ ਘਰੇ, ਮਹੀਨਾ ਲਾਇਓ ਬੇਸ਼ੱਕ, ਇਹਨੂੰ ਪੜ੍ਹਿਓ, ਸਮਝਿਓ, ਫਿਰ ਤਾਂ ਕਿ ਮੈਨੂੰ ਸੀ ਵੀ ਐਵੇਂ ਕੋਈ ਉਦਾਂ ਦਾ ਫੂਕੜ ਜਿਹਾ ਰਿਐਕਸ਼ਨ ਨਾ ਦੇ ਦੇਵੇ, ਕਿਉਂਕਿ ਉਹਦੇ 'ਚ ਵੀ ਕੁਝ ਏਦਾਂ ਦੀ ਤਿੱਖੀਆਂ ਚਪੇੜਾਂ ਹੈਗੀਆਂ ਸੀ ਵੀ ਯਾਰ ਕੁਝ ਮਹਿਸੂਸ ਕਰੋ। 3 ਜਨਰੇਸ਼ਨਸ ਦੀ ਗੱਲ ਸੀ ਜੀ, ਪਰ ਕਿਸੇ ਵੀ ਜਨਰੇਸ਼ਨ ਨੂੰ ਬਲੈਕ ਐਂਡ ਵਾਈਟ ਨਹੀਂ ਸੀ ਬਣਾਇਆ ਹੋਇਆ। ਹਰ ਜਨਰੇਸ਼ਨ ਦੀਆਂ ਆਪਣੀਆਂ ਕੋਈ ਦਿੱਕਤਾਂ ਨੇ, ਆਪਣੀਆਂ ਕੁਝ ਪ੍ਰਾਪਤੀਆਂ ਨੇ, ਆਪਣੇ ਕੁਝ ਬੋਝ ਨੇ, ਪਰ ਉਹ ਫਿਰ ਬਣਾਇਆ ਹੀ ਸੀ ਕਿ ਪਿੰਜਰੇ ਤੁਸੀਂ ਹੈਗੇ ਆ, ਤੁਹਾਨੂੰ ਹੈ ਨਾ ਇਹ ਪਿੰਜਰਾ ਜਿਹੜਾ, ਜੇ ਤੁਸੀਂ ਕੈਨੇਡਾ ਤੁਹਾਨੂੰ ਪਿੰਜਰਾ ਲੱਗਦਾ ਪਰ ਚੋਗਾ ਤਾਂ ਦਿੰਦਾ ਹੈ। ਬਿਲਕੁਲ, ਬਹੁਤ ਆਮ ਕਰਕੇ ਅਸੀਂ ਬਿਨਾਂ ਸੋਚੇ ਸਮਝੇ ਇਹ ਗੱਲਾਂ ਬੱਚਿਆਂ ਦੇ ਮਨਾਂ 'ਚ ਪਾਉਣੀਆਂ ਸ਼ੁਰੂ ਕਰ ਦਿੰਦੇ ਆ ਕਿ ਜੀ ਕੈਨੇਡਾ ਮਿੱਠੀ ਜੇਲ੍ਹ ਆ, ਪਿੰਜਰੇ ਆ ਵਗੈਰਾ ਵਗੈਰਾ। ਮੇਰਾ ਸਵਾਲ ਸੀ ਕਿ ਜੇ ਤੁਸੀਂ ਮੰਨਦੇ ਹੋ ਵੀ ਪਿੰਜਰਾ ਹੈ, ਦੂਜੀ ਗੱਲ ਇਹ ਵੀ ਮੰਨਦੇ ਹੋ ਕਿ ਚੋਗਾ ਦਿੰਦਾ ਹੈ, ਫਿਰ ਇਸ ਪਿੰਜਰੇ ਨਾਲ ਇਸ਼ਕ ਕਿਉਂ ਨਹੀਂ ਕਰਦੇ ਤੁਸੀਂ? ਤੇ ਜਿਹੜਾ ਪਿੰਜਰਾ ਤੁਸੀਂ ਉੱਥੋਂ ਚੁੱਕ ਕੇ ਲਿਆਏ ਹੋ, ਜਿਹਦੇ 'ਚ ਇੰਨੀਆਂ ਗੱਲਾਂ ਤੁਸੀਂ ਗਲਤ ਲੈ ਕੇ ਆਏ ਹੋ, ਉਹਨੂੰ ਪਹਿਲਾਂ ਉਹਨੂੰ ਤੋੜੋ, ਫਿਰ ਅੱਗੇ ਵਧੋ, ਹੈ ਨਾ। ਪ੍ਰੋਬਲਮਸ ਤਾਂ ਹੈ ਹੁੰਦੀਆਂ, ਤੁਸੀਂ ਜਿੱਥੇ ਵੀ ਜਾਓਗੇ ਜ਼ਿੰਦਗੀ ਦਾ ਸੰਘਰਸ਼ ਤਾਂ ਚੱਲਣਾ ਹੈ ਨਾ, ਤੇ ਉਸ ਸੰਘਰਸ਼ ਦੀ ਤਸਵੀਰ ਹੀ ਰੰਗਮੰਚ ਰਾਹੀਂ ਪੇਸ਼ ਹੋਣੀ ਹੈ। ਸੋ ਬੜਾ ਖੂਬਸੂਰਤ ਤਜਰਬਾ ਸੀ। ਡਾਕਟਰ ਸਾਹਿਬ, ਬਹੁਤ ਚੰਗੀਆਂ ਲੱਗੀਆਂ ਇਹ ਗੱਲਾਂ ਜਿਹੜੀਆਂ ਤੁਸੀਂ ਅੱਜ ਸ਼ੇਅਰ ਕੀਤੀਆਂ। ਮੈਂ ਉਡੀਕ ਕਰ ਰਹੀ ਸੀ ਕਿ ਇਸ ਮੁਲਾਕਾਤ ਨੂੰ ਕੁਝ ਇਸ ਤਰੀਕੇ ਦੇ ਨਾਲ ਤੁਹਾਡੇ ਨਾਲ ਸਮੇਟਿਆ ਜਾਵੇ, ਜਿਵੇਂ ਪਿਛਲੀ ਵਾਰੀ ਇਸੇ ਸੀਟ ਤੇ ਬੈਠੇ, ਇਸੇ ਸਟੂਡੀਓ 'ਚ ਬੈਠੇ ਤੁਸੀਂ ਗੱਲ ਕਰਕੇ ਗਏ ਸੀ ਕਿ ਮੈਂ ਇੱਕ ਨਵਾਂ ਨਾਟਕ ਕਰਨ ਜਾ ਰਿਹਾ ਹਾਂ, ਤੇ ਇਹ ਵੀ ਪਤਾ ਲੱਗਾ ਕਿ ਉਹ ਇਹੋ ਜਿਹੀ ਜਿਹੜੀ ਗੱਲਬਾਤ ਹੈ ਤੁਸੀਂ ਸਾਡੇ ਨਾਲ ਇੱਥੇ ਫਿਰ ਇਹੋ ਜਿਹਾ ਇੱਕ ਵਾਅਦਾ ਤਿਆਰ ਕੀਤਾ ਹੋਇਆ, ਜੇ ਥੋੜ੍ਹਾ ਜਿਹਾ ਉਹਦੇ ਬਾਰੇ ਵੀ ਗੱਲ ਕਰ ਸਕੋ ਕਿ ਵਾਪਸੀ ਤੇ ਕੀ ਲੈ ਕੇ ਆਉਣਾ। ਤੁਸੀਂ ਥੋੜ੍ਹੀ ਦੇਰ ਪਹਿਲਾਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਤੁਰਦੇ ਹਾਂ ਜਾਂ ਅਸੀਂ ਲੰਬਾ ਸਫ਼ਰ ਕਰਦੇ ਹਾਂ, ਅਸੀਂ ਫਿਰ ਬੈਠ ਜਾਂਦੇ ਹਾਂ, ਰੁਕ ਜਾਂਦੇ ਹਾਂ, ਫਿਰ ਰਿਫਲੈਕਟ ਕਰਦੇ ਹਾਂ ਵੀ ਕੀ ਹੋਰ ਕੀਤੇ ਜਾਣ ਦੀ ਜ਼ਰੂਰਤ ਹੈ। ਮੈਨੂੰ ਰਸੂਲ ਹਮਜ਼ਾ ਤੋਂ ਉਹਨਾਂ ਦੀ ਲਿਖੀ ਹੋਈ ਗੱਲ ਯਾਦ ਆਈ। ਉਹ ਕਹਿੰਦੇ ਕਿ ਜਦੋਂ ਬਹੁਤ ਤੇਜ਼ ਤੁਸੀਂ ਦੌੜ ਲੈਂਦੇ ਹੋ, ਫਿਰ ਰੁਕ ਕੇ ਸਾਹ ਲੈ ਲੈਣਾ ਚਾਹੀਦਾ। ਹੁਣ ਤੁਹਾਨੂੰ ਅਸੀਂ ਲੰਬਾ ਸਾਹ ਲੈਣ ਲਈ ਕੈਨੇਡਾ ਤੋਂ ਇੰਡੀਆ ਭੇਜ ਰਹੇ ਹਾਂ, ਉਸ ਲੰਬੇ ਸਾਹ ਤੋਂ ਬਾਅਦ ਕੀ ਹੋਣ ਵਾਲਾ ਉਹ ਦੇਖਣਾ ਚਾਹੁੰਦੇ ਹਾਂ। ਦੇਖੋ, ਤੁਹਾਡੇ ਇਸ ਸਵਾਲ ਦੇ ਜਵਾਬ 'ਚ ਨਾ ਮੈਨੂੰ 3-4 ਗੱਲਾਂ ਕਰਨੀਆਂ ਪੈਣੀਆਂ, ਕਿਉਂਕਿ ਐਤਕੀ ਮੇਰੇ ਕੋਲ ਵਾਅਦੇ ਜ਼ਿਆਦਾ ਨਹੀਂ ਕਰਨ ਵਾਸਤੇ। ਤੇ ਦੂਜੀ ਗੱਲ, ਪਹਿਲਾਂ ਇੱਕ ਕਰੈਕਟ ਕਰਨ ਦੀ ਲੋੜ ਹੈ ਕਿ ਇਸ ਵਾਰੀ ਤੁਸੀਂ ਮੈਨੂੰ ਲੰਬਾ ਸਾਹ ਨਹੀਂ ਦੇ ਰਹੇ। ਮੈਂ 5 ਸਤੰਬਰ ਨੂੰ ਜਾ ਰਿਹਾ ਤੇ 4 ਅਕਤੂਬਰ ਨੂੰ ਮੈਂ ਹਫ਼ਤੇ ਵਾਸਤੇ ਫਿਰ ਵਾਪਸ ਆ ਰਿਹਾ ਜੀ। ਜਿਹੜੀ ਸੁੱਖੀ ਬਾਠਾ ਦੀ ਕਾਨਫਰੰਸ ਹੈ, ਉਹਦੇ ਵਿੱਚ 2 ਸ਼ੋਅ ਕਰਨੇ ਆ। 8 ਤਰੀਕ ਨੂੰ ਆਪਣਾ ਨਵਾਂ ਨਾਟਕ ਕਰਨਾ, ਸੋ ਉਹ ਇੱਕ ਤਰ੍ਹਾਂ ਨਾਲ ਵਾਅਦਾ। ਇੱਕ ਤਾਂ
ਵੀ ਸੰਦੂਕੜੀ ਖੋਲ ਨਰੈਣਿਆ ਜਿਹੜਾ ਨੌਜਵਾਨ ਵਰਗ ਨੂੰ ਲੈ ਕੇ ਨਵਾਂ ਨਾਟਕ ਹੈ, ਉਹ 'ਚ ਨੌਜਵਾਨ ਵਰਗ ਜਿਹੜਾ ਇੰਡੀਆ 'ਚ ਪੰਜਾਬ 'ਚ ਰਹਿੰਦਾ ਉਹ ਵੀ ਹੈ, ਜਿਹੜਾ ਕੈਨੇਡਾ 'ਚ ਰਹਿੰਦਾ ਉਹ ਵੀ ਹੈ ਨੌਜਵਾਨ ਵਰਗ। ਤੇ ਕਿਉਂਕਿ ਮੈਂ ਇਹ ਦੋਨਾਂ ਸਮਾਜ ਨੂੰ ਅਲੱਗ-ਅਲੱਗ ਨਹੀਂ ਦੇਖਦਾ, ਇਹ ਸਮਾਜ ਇੱਕ ਦੂਸਰੇ ਨਾਲ ਹੈ ਨਾ ਨਾੜੂਆ ਵੱਜਿਆ ਹੋਇਆ ਦੋਨੋਂ ਸਮਾਜ ਦਾ, ਇੱਕ ਦੂਜੇ ਨਾਲ ਇੰਟਰਕਨੈਕਟਡ ਨੇ। ਸੋ ਉਹ ਨੌਜਵਾਨ ਵਰਗ ਨੂੰ ਕਿੱਥੇ ਮੈਂ ਦੇਖਦਾ, ਕੀ ਮੈਂ ਆਸ ਰੱਖਦਾ ਨੌਜਵਾਨ ਵਰਗ ਤੋਂ, ਤੇ ਕੀ ਨੌਜਵਾਨ ਵਰਗ ਨੂੰ ਕਹਿਣਾ ਚਾਹੁੰਦਾ ਹੈ ਨਾ, ਇੱਦਾਂ ਦੀਆਂ ਕੁਝ ਗੱਲਾਂ ਉਸ ਨਾਟਕ ਦੇ ਵਿੱਚ। ਉਹ ਮੈਂ 8 ਅਕਤੂਬਰ ਨੂੰ ਕਰਨ ਆ ਰਿਹਾ ਤੇ 9 ਨੂੰ ਮੈਂ ਲੱਚੂ ਕਪਾੜੀਆ ਦਾ ਫਿਰ ਸੈਕੰਡ ਸ਼ੋਅ ਹੈ ਨਾ ਉਸ ਕਾਨਫਰੰਸ ਵਿੱਚ ਕਰ ਰਿਹਾ। ਇੱਕ ਤੇ ਇਹ ਵਾਅਦਾ, 2 ਵਾਅਦੇ ਹੋਰ ਨੇ ਜੀ। ਇੱਕ, ਮੈਂ ਜਦੋਂ ਪਿਛਲੀ ਵਾਰੀ ਆਇਆ ਸੀ ਉਦੋਂ ਤੁਸੀਂ ਮੈਨੂੰ ਸਵਾਲ ਕੀਤਾ ਸੀ ਕਿ ਕੈਨੇਡਾ ਦੀ ਜ਼ਿੰਦਗੀ ਬਾਰੇ ਤੁਸੀਂ ਲਿਖੋਗੇ। ਮੈਂ ਤੁਹਾਨੂੰ ਕਿਹਾ ਸੀ ਮੈਨੂੰ ਵਕਤ ਲੱਗਦਾ ਲਿਖਣ ਲੱਗਿਆ ਹੈ ਨਾ, ਮੈਂ ਆਮ ਸਲੋ ਰਾਈਟਰ ਹੈ ਨਾ, ਇੱਕਦਮ ਮੈਨੂੰ ਲੱਗਦਾ ਨਹੀਂ ਗਲਤ ਕੁਛ ਜਜਮੈਂਟ ਨਾ ਹੋ ਜਾਏ ਕੁਛ। ਸੋ ਉਸ ਤੇ ਮੈਂ ਵਰਕ ਉਦੋਂ ਸ਼ੁਰੂ ਕਰਤਾ ਸੀ। ਹੁਣ ਮੈਂ ਉਹਦੇ ਢਾਂਚੇ ਤੇ ਪਹੁੰਚ ਗਿਆ ਹੋਇਆ ਤੇ ਉਹ ਮੈਂ ਇੱਕ ਨਾਟਕ ਲਿਖ ਰਿਹਾ ਕੈਨੇਡਾ ਦੇ ਵਿੱਚ ਜਿਹੜੀ ਪੰਜਾਬੀਆਂ ਦੀ ਜ਼ਿੰਦਗੀ ਹੈ, ਅਗੇਨ ਜਿਹੜੀ ਉੱਥੇ ਵੀ ਸੰਬੰਧਿਤ ਹੈਗੀ ਹੈ। ਉਹਦਾ ਨਾਮ ਮੈਂ ਰੱਖਿਆ ਕੈਨੇਡਾ ਡਰਾਈ। ਅੱਛਾ, ਕੈਨੇਡਾ ਡਰਾਈ ਕਿਉਂਕਿ ਇਹ ਤੋਂ ਦਾ ਇੱਕ ਡਰਿੰਕ ਹੈ, ਜਿੰਦਰੇ ਲਗਾ। ਸੋ ਉਹਨੂੰ ਸਿੰਬਲ ਦੇ ਤੌਰ ਤੇ ਬਣਾ ਕੇ ਉਹ ਮੈਂ ਇੱਕ ਭਰਪੂਰ 1.5-2 ਘੰਟੇ ਦਾ ਨਾਟਕ ਜਿਹੜਾ ਹੈਗਾ ਉਹ ਮੇਰਾ ਖਿਆਲ ਹੈ ਕਿ 2024 ਦੇ ਵਿੱਚ ਉਹ ਸਾਹਮਣੇ ਆ ਜਾਏਗਾ ਨਾਟਕ। ਉਹਦੀ ਸਕ੍ਰਿਪਟ ਨਹੀਂ ਸ਼ੁਰੂ ਹੋਈ ਲੇਕਿਨ ਉਹਦੀ ਨੋਟਸ ਬਹੁਤ ਸਾਰੇ ਹੋ ਗਏ ਨੇ। ਇਸ ਟੂਰ ਨੇ ਸਾਰੇ ਨੇ ਜਿੱਥੇ ਇੰਨੀਆਂ ਪੇਸ਼ਕਾਰੀਆਂ ਕੀਤੀਆਂ, ਵਰਕਸ਼ਾਪ ਕੀਤੀ, ਉਸ ਨਾਟਕ ਵੀ ਨਾਲ ਚੱਲਦਾ ਰਿਹਾ। ਸੋ ਉਹ ਮੈਂ ਛੇਤੀ ਲੈ ਕੇ ਆ ਰਿਹਾ। ਤੀਸਰਾ ਵਾਅਦਾ ਜਿਹੜਾ ਹੈਗਾ ਉਹ ਵਾਅਦਾ ਮੈਂ ਇੱਕ ਲਿਆ ਹੈ ਅਸਲ ਦੇ ਵਿੱਚ, ਇਸ ਕਰਕੇ ਮੈਂ ਅੱਜ ਲੋਕਾਂ ਨਾਲ ਸ਼ੇਅਰ ਕਰ ਰਿਹਾ ਕਿ ਉਹ ਇਹ ਹੈ ਦੋਸਤੋ ਕਿ ਨਵਜੋਤ ਢਿੱਲੋਂ ਇੱਕ ਨਾਟਕ ਲਿਖ ਰਹੇ ਨੇ ਤੇ ਇਹਨਾਂ ਨੂੰ ਵਾਅਦਾ ਹੋਇਆ ਸੀ ਕਿ ਤੁਸੀਂ ਲਿਖ ਸਕਦੇ ਹੋ ਨਾਟਕ ਹੈ ਨਾ, ਫਿਰ ਕਿਉਂ ਨਹੀਂ ਲਿਖਦੇ। ਸੋ ਇਹ ਜਿਹੜੇ 2 ਮਹੀਨੇ ਰਿਹਾ ਮੈਂ, ਇਸ 2 ਮਹੀਨੇ ਵਿੱਚ ਇਹ ਵੀ ਇੱਕ ਆਪਣੇ ਅਲੱਗ ਲੈਵਲ ਤੇ ਵਰਕਸ਼ਾਪ ਚੱਲਦੀ ਰਹੀ ਹੈ ਜਿਹੜੀ ਕਿ ਵਰਕਸ਼ਾਪ ਸਟਿਲ ਚੱਲ ਰਹੀ ਹੈ। ਸੋ ਇੱਕ ਇਹ ਪ੍ਰੋਮਿਸ ਹੈ ਕਿ ਉਹ ਨਾਟਕ ਜ਼ਰੂਰ ਮੁਕੰਮਲ ਕੀਤਾ ਜਾਊਗਾ। ਮੇਰੀ ਕੋਸ਼ਿਸ਼ ਹੋਏਗੀ। ਤੁਸੀਂ ਹੁਣੇ ਇੱਕ ਗੱਲ ਕਹਿ ਕੇ ਹਟੇ ਹੋ ਕਿ ਵੀ ਮੈਂ ਸਲੋ ਰਾਈਟਰ ਹਾਂ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਤੁਹਾਡੇ ਤੋਂ ਵੀ ਕੋਈ ਸਲੋ ਰਾਈਟਰ ਹੈਗੇ ਆ। ਮੈਂ ਵਾਪਸ ਲੈਣਾ, ਮੈਂ ਉਹ ਗੱਲ ਵਾਪਸ ਲੈਣਾ। ਮੈਨੂੰ ਉਦੋਂ ਅਹਿਸਾਸ ਹੋ ਗਿਆ ਸੀ ਕਿ ਇਹ ਗਲਤ ਗੱਲ ਕਹਿਤੀ ਉਸਤਾਦ ਜੀ, ਇਹ ਗਲਤ ਗੱਲ ਕਹਿਤੀ ਹੈ। ਨਹੀਂ, ਸਲੋ ਲਿਖਣਾ ਮੇਰਾ ਖਿਆਲ ਹੈ ਚੰਗਾ ਹੁੰਦਾ। ਕਾਲ 'ਚ ਕੋਈ ਵੀ ਕੀਤਾ ਕੰਮ ਖਰਾਬ ਕਰ ਦਿੰਦਾ ਹੈ ਨਾ। ਲਿਖਣਾ ਤਾਂ ਖਾਸ ਤੌਰ ਤੇ ਕਾਲ 'ਚ ਨਹੀਂ ਲਿਖਣਾ ਚਾਹੀਦਾ ਜਦ ਤੱਕ ਚੀਜ਼ ਨਹੀਂ ਸਮਝ ਆਉਂਦੀ। ਪਰ ਤੁਸੀਂ ਕਿਉਂਕਿ ਇੱਕ ਬਹੁਤ ਅੱਛੇ ਵਿਸ਼ੇ ਨੂੰ ਆਪਣੇ ਨਾਟਕ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ ਹੈ ਨਾ, ਉਹ ਵਰਤਾਰਾ ਬਹੁਤ ਗੁੰਝਲਦਾਰ ਹੈ ਜਿਹਨੂੰ ਤੁਸੀਂ ਆਪਣੇ ਨਾਟਕ 'ਚ ਲੈ ਰਹੇ ਹੋ ਹੈ ਨਾ। ਤੇ ਉਹ ਮਤਲਬ ਇੱਕ ਚੀਜ਼ ਮੈਂ ਆਪਣੇ ਦਰਸ਼ਕਾਂ ਨਾਲ ਸਾਂਝੀ ਵੀ ਕਰਨਾ ਚਾਹੁੰਦਾ ਕਿ ਤੁਹਾਡੇ ਕੋਲ ਨਾ ਸਾਰਿਆਂ ਕੋਲ ਕਹਾਣੀਆਂ ਹੁੰਦੀਆਂ, ਅਸਲ 'ਚ ਬਹੁਤ ਸਾਰੀਆਂ, ਹਰ ਇਨਸਾਨ ਕੋਲ ਕਹਾਣੀਆਂ ਹੁੰਦੀਆਂ। ਤੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਦਾ ਸੀ ਨਾ ਜੀ, ਤੁਹਾਡੇ ਬਤੌਰ ਪੱਤਰਕਾਰ ਤੁਸੀਂ ਕਿੰਨੀਆਂ ਮੇਰੀ ਇੰਟਰਵਿਊਜ਼ ਕਰ ਚੁੱਕੇ ਆ ਜਾਂ ਉੱਦਾਂ ਗੱਲ ਹੁੰਦੀ ਸੀ, ਮੈਨੂੰ ਇਹ ਲੱਗਦਾ ਸੀ ਤੁਹਾਡੇ ਕੋਲ ਤਾਂ ਮਤਲਬ ਕਹਾਣੀਆਂ ਦਾ ਪੂਰੇ ਨਾ ਥੈਲੇ ਭਰੇ ਪਏ ਨੇ ਕਿੰਨੇ ਹੈ ਨਾ। ਤਾਂ ਮੈਨੂੰ ਲੱਗਦਾ ਸੀ ਕਿ ਉਹਨਾਂ ਕਹਾਣੀਆਂ ਦੇ ਵਿੱਚ ਕਿਤੇ ਨਾਟਕ ਹੈ ਨਾ ਪਿਆ ਹੈ। ਸੋ ਉਹਦੇ ਵਿੱਚੋਂ ਬਹੁਤ ਸਾਰੀਆਂ ਕਹਾਣੀਆਂ ਉਸ ਨਾਟਕ 'ਚ ਆ ਰਹੀਆਂ। ਨਾਟਕ ਸ਼ੁਰੂ ਵੀ ਹੋ ਚੁੱਕਾ ਹੋਇਆ ਲਿਖਣਾ ਤੇ ਉਸ ਰਹੇਗਾ। ਸੋ ਇੱਦਾਂ ਦੇ ਕੁਝ ਵਾਅਦੇ ਨੇ, ਲੇਕਿਨ ਜਿਹੜਾ ਸਭ ਤੋਂ ਵੱਡਾ ਵਾਅਦਾ ਮੈਂ ਮਤਲਬ ਤੁਹਾਡੇ ਦਰਸ਼ਕਾਂ ਨਾਲ, ਸਰੋਤਿਆਂ ਨਾਲ ਜਾਂ ਮੇਰੇ ਰੰਗਮੰਚ ਨੂੰ ਪਿਆਰ ਕਰਨ ਵਾਲਿਆਂ ਨਾਲ ਕਰਨਾ ਚਾਹੁੰਦਾ ਉਹ ਇਹ ਹੈ ਕਿ ਮੇਰੇ ਲਈ ਕਿਤੇ ਵੀ ਖੜਨਾ ਨਾ ਤਾਂ ਸੰਭਵ ਹੈ ਤੇ ਨਾ ਮੈਨੂੰ ਚੰਗਾ ਲੱਗਦਾ ਹੈ ਕਿ ਮੈਂ ਕਹਾਂ ਮੈਂ ਸੰਮਾਲੀ ਰੰਗ ਲਿਖ ਲਿਆ, ਮੀਲ ਪੱਥਰ ਬਣ ਗਿਆ ਜਾਂ ਕੀ ਹੋ ਗਿਆ, ਸੈਂਕੜੇ ਸ਼ੋ ਹੋ ਗਏ, ਖੜ ਜਮਾ ਧਨ ਲਿਖਾਰੀ ਨਾਨਕਾ ਹੋ ਗਿਆ, ਲੱਛੂ ਕਬਾੜੀ ਹੋ ਗਿਆ, ਜਾਂ ਮੈਂ ਸੰਦੂਕੜੀ ਖੋਲ ਨਰੈਣਿਆ ਲਿਖਾਂ। ਨਹੀਂ, ਬਹੁਤ ਵਿਸ਼ੇ ਨੇ ਸਮਾਜ ਦੇ ਵਿੱਚ ਪਏ ਨੇ ਵਿਸ਼ੇ। ਹਰ ਵੇਲੇ ਮੈਂ ਆਪਣੇ ਆਪ ਨੂੰ ਕਿਸੇ ਚੁਣੌਤੀ 'ਚ ਪਾ ਕੇ ਰੱਖਣਾ ਚਾਹੁੰਦਾ। ਉਸ ਚੁਣੌਤੀ ਨਾਲ ਇੱਕ ਤਾਂ ਹੁੰਦਾ ਕਿ ਮੈਂ ਖੁਦ ਤਾਜ਼ਾ ਰਹਾਂਗਾ, ਹਮੇਸ਼ਾ ਇੱਕ ਤਾਜ਼ਗੀ ਦਾ ਅਹਿਸਾਸ ਰਹੇਗਾ, ਸਟੈਗਨੇਸ਼ਨ ਨਹੀਂ ਆਏਗੀ। ਇੱਕ ਜਿਹੜਾ ਮੇਰਾ ਦਰਸ਼ਕ ਜਿਹੜਾ ਮੈਨੂੰ ਇੰਨਾ ਪਿਆਰ ਸਤਿਕਾਰ ਦੇ ਰਿਹਾ ਬਹੁਤ ਜ਼ਿਆਦਾ, ਮਤਲਬ ਨਾ ਉਹ ਇੱਕ ਚੁਣੌਤੀ ਵੀ ਹੋਈ ਹੈ ਵੀ ਉਹ ਪਿਆਰ ਸਤਿਕਾਰ ਨੂੰ ਬਰਕਰਾਰ ਤਾਂ ਹੀ ਰੱਖ ਸਕਾਂਗਾ ਜੇ ਮੈਂ ਉਹਨੂੰ ਨਵੀਆਂ ਤੋਂ ਨਵੀਆਂ ਚੀਜ਼ਾਂ, ਨਵੇਂ ਤੋਂ ਨਵੇਂ ਵਿਸ਼ੇ ਬਾਰੇ ਔਰ ਨਵੇਂ ਤਰੀਕੇ ਨਾਲ ਹਰ ਨਾਟਕ ਵਿੱਚ ਥੋੜਾ ਉਹਦਾ ਪੇਸ਼ ਕਰਨ ਦਾ ਤਰੀਕਾ ਅਲੱਗ ਹੋ ਜਾਵੇ, ਸਟੋਰੀ ਕਹਿਣ ਦਾ ਤਰੀਕਾ ਅਲੱਗ ਹੋ ਜਾਵੇ। ਉਹ ਚੀਜ਼ਾਂ ਹੁੰਦੀਆਂ ਰਹਿਣਗੀਆਂ ਤੇ ਫਿਰ ਉਹ ਖੂਬਸੂਰਤ ਰਿਸ਼ਤਾ ਬਣਦਾ ਰਹੇਗਾ। ਨਹੀਂ ਤਾਂ ਫਿਰ ਉਹ ਕਈ ਵਾਰੀ ਨਾ ਉਹਦੇ ਵਿੱਚ ਰਿਸ਼ਤੇ ਜਾਂ ਦਰਸ਼ਕਾਂ ਦਾ ਤੇ ਰੰਗਕਰਮੀ ਦਾ ਜਿਹੜਾ ਆਪਸੀ ਰਿਸ਼ਤਾ ਹੈ ਉਹ ਕਈ ਵਾਰੀ ਇਹੋ ਜਿਹੇ ਕੰਮ ਤੇ ਪਹੁੰਚ ਜਾਂਦਾ ਵੀ ਅੱਕੜ ਲੱਗ ਪੈਂਦਾ। ਜਾਂ ਤਾਂ ਇਹ ਵਰਗ ਅੱਕੜਨਾ ਪਊਗਾ ਜਾਂ ਸਾਹਮਣੇ ਵਾਲਾ ਅੱਕੜਨਾ ਪਊਗਾ। ਨਾ ਤਾਂ ਮੈਂ ਅੱਕਿਆ ਹਾਲੇ ਤੱਕ, ਨਾ ਥੱਕਿਆ, ਤੇ ਨਾ ਹੀ ਮੈਂ ਆਪਣੇ ਦਰਸ਼ਕ ਨੂੰ ਅੱਕਣ ਦਊਂਗਾ ਤੇ ਨਾ ਹੀ ਥੱਕਣ ਦਊਂਗਾ। ਡਾਕਟਰ ਸਾਹਿਬ ਬਹੁਤ ਚੰਗੀ ਲੱਗੀ ਇਹ ਜਿਹੜੀ ਅਖੀਰਲੀ ਤੁਸੀਂ ਖਾਸ ਕਰਕੇ ਜਿਹੜੀ ਗੱਲ ਕੀਤੀ ਆ, ਨਾ ਅੱਕਣ ਦਿਓਗੇ ਨਾ ਥੱਕਣ ਦਿਓਗੇ। ਇੱਕ ਹੋਰ ਤੁਸੀਂ ਬੜੀ ਖੂਬਸੂਰਤ ਕਲਾਕਾਰੀ ਦਿਖਾ ਕੇ ਹਟੇ ਹੋ ਕਿ ਮੈਂ ਤੁਹਾਡੇ ਕੋਲੋਂ ਵਾਅਦਾ ਮੰਗ ਰਹੀ ਹਾਂ ਤੇ ਤੁਸੀਂ ਉਲਟਾ ਕੇ ਮੇਰੇ ਕੋਲੋਂ ਵਾਅਦਾ ਲੈ ਰਹੇ ਹੋ। ਖੈਰ, ਮੈਂ ਆਪਣੇ ਸੁਣਨ ਵਾਲਿਆਂ ਦੇ ਸਾਹਮਣੇ, ਦੇਖਣ ਵਾਲਿਆਂ ਦੇ ਸਾਹਮਣੇ ਸੱਚੀ ਮੁੱਚੀ ਇਸ ਗੱਲ ਦਾ ਤੁਹਾਡੇ ਨਾਲ ਵਾਅਦਾ ਕਰ ਰਹੀ ਹਾਂ
ਤੁਸੀਂ 1 ਮਹੀਨੇ ਬਾਅਦ ਵਾਪਸ ਆ ਰਹੇ ਹੋ, 1 ਮਹੀਨੇ ਬਾਅਦ ਤੁਹਾਨੂੰ ਨਾਟਕ ਮੁਕੰਮਲ ਮਿਲੂਗਾ। ਵਾਹ, ਕਮਾਲ ਹੋ ਗਈ ਇਹ ਤਾਂ ਕਮਾਲ। ਕਿਉਂਕਿ ਮੈਂ ਡੈਡਲਾਈਨਸ ਦੇ ਵਿੱਚ ਕੰਮ ਕਰਨ ਦੀ ਆਦੀ ਆ ਤੇ ਮੈਂ ਆਪਣੀ ਡੈਡਲਾਈਨ ਜਦ ਤੱਕ ਖੁਦ ਨਹੀਂ ਮਿੱਥਦੀ ਉਦੋਂ ਤੱਕ ਕੰਮ ਨਹੀਂ ਹੁੰਦਾ। ਤੇ ਇਸ ਹੱਲਾਸ਼ੇਰੀ ਦੇ ਲਈ ਤੇ ਅੱਜ ਦੀ ਇਸ ਗੱਲਬਾਤ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਨਵਜੋਤ, ਇਸ ਤਰ੍ਹਾਂ ਹੀ ਕੰਮ ਕਰਦੇ ਰਹੋ। ਉਮੀਦ ਕਰਦੀ ਹਾਂ ਕਿ ਅੱਜ ਦੀ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਏਗੀ ਤੇ ਜੇ ਇਹ ਗੱਲਬਾਤ ਚੰਗੀ ਲੱਗੀ ਹੈ ਤੇ ਇਹਨੂੰ ਸ਼ੇਅਰ ਵੀ ਜ਼ਰੂਰ ਕਰਿਓ। ਤੁਹਾਡੇ ਸੁਝਾਵਾਂ ਦਾ ਹਮੇਸ਼ਾ ਵਾਂਗ ਇੰਤਜ਼ਾਰ ਰਹੇਗਾ। ਸ਼ੁਕਰੀਆ।